मैं बेनती करांगा कि साडे दरम्यान सरदार जगजीत सिंह जी धूरी साहब बैठे ने। उन्होंने एयरपोर्ट जाना, बहुत ही ज़्यादा उन्होंने टाइम जोड़ा वा वो लिमिट आ, मैं ज़्यादा समा ना लेंदा आ। मैं बेनती करांगा सरदार जगजीत सिंह जी धूरी साहब उन्होंने कि वो 2 मिनट वास्ते भावें आउण, हाज़री लवाउण, क्योंकि इन्होंने एयरपोर्ट जाना। इस करके मैं बेनती करांगा कि वो मंच ते आउण ते भावें 2 मिनट वास्ते अपने विचार रखण। उस तो बाद मैं हुण पंडाल दे विच आ रहा। तुसीं अपने जिहड़े क्वेश्चन आ वो नोट कर लए होणगे। मैं कल्ले कल्ले टेबल दे उत्ते आवांगा, सारे कन्ने अपने जिहड़े क्वेश्चन आ वो पुछणे ने। जिहड़ियां भी तुहाडीआं मुश्किलां ने, जिवें फैचिंग की मुश्किल आ जां तुहाडी कोई परसनल मुश्किल आ जिहड़ी आपां कोर्ट दे विच लैके जा सकदे आ, ਉਹ ਤੁਸੀਂ ਕੁਐਸਚਨ ਕਰਨੇ ਆ। ਸਾਡੇ ਮਾਨਯੋਗ ਦਿਲਪ੍ਰੀਤ ਸਿੰਘ ਜੀ ਐਡਵੋਕੇਟ ਸਾਹਿਬ ਧੂਰੀ ਸਾਹਿਬ ਤੇ ਯੂਕੇ ਦੇ ਮਿਲਾਪ ਤੋਂ ਪਹਿਲਾਂ CBSE ICSE ਤੇ ਸਟੇਟ ਬੋਰਡ 'ਚ ਬੜੀਆਂ ਵੱਡੀਆਂ ਦੀਵਾਰਾਂ ਸੀ, ਵਖਰੇਵੇਂ ਸੀ, ਨਫ਼ਰਤਾਂ ਦੀਆਂ ਦੀਵਾਰਾਂ ਸੀ। ਧੂਰੀ ਸਾਹਿਬ ਆਏ, ਬਹੁਤ ਵੱਡਾ ਇਹਨਾਂ ਨੇ ਰੋਲ ਅਦਾ ਕੀਤਾ। ਬੜੇ ਧੀਰਜ ਵਾਲੇ ਇਨਸਾਨ ਨੇ, बहुत सारिया संस्थावां नूं उन्होंने चलाया। उन्होंने भी चेयरमैन ने और सारे पंजाब नूं नाल लैके चले ने। मैं इन्हां दा धीरज देखिया। पर तुसी भी टैलीविजन डिबेट च मैं देखिया जदों एक बुलारे ने आख्या कि स्कूल प्राइवेट स्कूल माफिया ने, मैं पहली बारी इन्हां नूं गुस्से च आके माइक परे कर दे, अद्धियां बाहां नूं ही ये टंगण लग पे और उन्होंने सॉरी करनी पई। बहुत वड्डी राखी लॉकडाउन पीरियड च इन्हां ने प्राइवेट संस्थावां दी कीती है। उन्होंने होर भी किधरे जाना है। मैं बेनती करां फैडरेशन के प्रेजिडेंट डॉक्टर जगजीत सिंह जी धूरी साहब। बहुत ही सत्कारयोग सुशोभित हस्तियां, क्योंकि ਜਿਹੜੇ ਪਹਿਲਾਂ 4 ਜਾਂ 5 ਮਿੰਟ ਦੀ ਗੱਲ ਹੋ ਰਹੀ ਸੀ, ਉਸ ਹਿਸਾਬ ਨਾਲ ਮੇਰੇ 2 ਮਿੰਟ ਵੀ ਮੈਨੂੰ ਲੱਗਦਾ 20 ਮਿੰਟ ਬਣ ਜਾਣੇ ਨੇ। ਲੇਕਿਨ ਮੈਂ ਕੋਸ਼ਿਸ਼ ਕਰੂੰਗਾ ਸੰਖੇਪ ਦੇ ਵਿੱਚ ਰਹਿਣ ਦੀ, ਗੱਲਾਂ ਨੂੰ ਨਾ ਦੁਹਰਾਇਆ ਜਾਵੇ। ਪਹਿਲਾਂ ਮੈਂ ਦੱਸ ਦਿਆਂ ਕਿ ਮੈਨੂੰ ਇਸ ਗੱਲ ਦਾ ਫਖਰ ਹੈ ਵੀ ਮੈਂ ਅੱਜ ਉਹਨਾਂ ਲੋਕਾਂ ਦੇ ਵਿਚਕਾਰ ਹਾਂ ਜਿਨ੍ਹਾਂ ਦੀ ਪਰਮਾਤਮਾ ਨੇ ਡਿਊਟੀ ਲਾਈ ਹੈ ਸਿੱਖਿਆ ਦੇਣ ਦੀ। ਤੇ ਅੱਜ ਅਸੀਂ ਇੱਥੇ ਬੈਠੇ ਹਾਂ ਜਿਹੜੇ ਉਹ ਇਸ ਲਈ ਬੈਠੇ ਹਾਂ ਵੀ ਸਿੱਖਿਆ ਸੰਸਥਾਵਾਂ ਨੂੰ ਕਿਵੇਂ ਬਚਾਈਏ ਤੇ ਸਿੱਖਿਆ ਨੂੰ ਕਿਵੇਂ ਬਚਾਈਏ। ਸੋ ਮੈਂ ਜਿਹੜੀਆਂ ਵੀ ਗੱਲਾਂ ਕਰੂੰਗਾ ਉਹ, ਕਿਉਂਕਿ ਬਾਕੀ ਸਾਰੀਆਂ ਤੁਸੀਂ ਜਾਣੀ ਜਾਣ ਹੋ ਵੀ ਕੀ ਕੰਮ ਹੋ ਰਹੇ ਨੇ, ਕਿਵੇਂ ਹੋ ਰਹੇ ਨੇ। ਮੈਂ ਹੁਣ ਨਾਂ ਲੈਣ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਵਿਅਰਥ ਨਹੀਂ ਕਰੂੰਗਾ। ਲੇਕਿਨ ਇੱਕ ਗੱਲ ਬਿਲਕੁਲ ਖੁੱਲ੍ਹੇਆਮ ਕਹੂੰਗਾ ਵੀ ਸਰਦਾਰ ਹਰਪਾਲ ਸਿੰਘ ਜੀ ਇੱਕ ਯੋਧੇ ਨੇ ਔਰ ਯੋਧਿਆਂ ਵਾਂਗੂ ਨਿਧੜਕ ਹੋ ਕੇ ਲੜਦੇ ਨੇ। ਸੋ ਮੈਂ ਇਹਨਾਂ ਦੇ ਨਾਲ ਹਮੇਸ਼ਾ ਖੜ੍ਹਾ, ਪਹਿਲਾਂ ਵੀ ਅਸੀਂ ਖੜ੍ਹੇ ਸੀ, ਹੁਣ ਵੀ ਖੜ੍ਹੇ ਹਾਂ, ਅਤੇ ਮੈਂ ਸਮਝਦਾ ਵੀ ਬਹੁਤ ਸੱਚੀ ਸੁੱਚੀ ਸੇਵਾ ਕਰ ਰਹੇ ਨੇ। ਇਸ ਦੇ ਨਾਲ ਹੀ PPSO ਦੇ ਤੇਜਪਾਲ ਜੀ ਨਹੀਂ ਆਏ, ਢੀਂਡਸਾ ਸਾਹਿਬ ਉਹਨਾਂ ਦੇ ਨੁਮਾਇੰਦੇ ਆਏ ਨੇ, ਸੁਖਵਿੰਦਰ ਜੀ ਆਏ ਨੇ। ਮੈਨੂੰ ਬਹੁਤ ਜ਼ਿਆਦਾ ਨਾਮ ਯਾਦ ਰੱਖਣ 'ਚ ਵੀ ਕਈ ਵਾਰ ਸਮੱਸਿਆ ਹੋ ਜਾਂਦੀ ਹੈ। ਅਤੇ ਜਗਦੀਸ਼ ਸ਼ਰਮਾ ਜੀ ਬੈਠੇ ਨੇ, ਬੜੇ ਪੁਰਾਣੇ ਰਾਸਾ ਦੇ ਜਿਹੜੇ ਹੋਂਦ ਵੇਲੇ ਦੇ ਇਹ ਪ੍ਰਧਾਨ ਰਹੇ ਨੇ। PPSO ਆਪਣੇ ਸੇਠੀ ਸਾਹਿਬ ਨੇ, ਇਹਨਾਂ ਦੇ ਤਿੰਨੇ ਔਰਗੇਨਾਈਜੇਸ਼ਨਾਂ, ਗਾਂਧੀ ਸਾਹਿਬ, ਜਿੰਨੇ ਵੀ ਪ੍ਰਿੰਸੀਪਲ ਸਾਹਿਬਾਨ ਆਏ ਨੇ। ਸੋ ਮੈਂ ਬਹੁਤ ਖੁਸ਼ਕਿਸਮਤ ਹਾਂ, ਮੈਂ ਤੁਹਾਡੇ ਅੱਗੇ ਆਪਦੇ ਜਿਹੜੇ ਵਿਚਾਰ ਜਿਹੜਾ ਰੱਖਣ ਜਾ ਰਿਹਾ। ਸੋ ਕੋਰਟ ਕੇਸਾਂ ਬਾਰੇ ਇੱਕੋ ਗੱਲ 'ਚ ਨਿਬੇੜ ਦੂੰਗਾ ਕਿ ਪਹਿਲਾਂ ਤਾਂ ਮੈਂ ਦੱਸ ਦਿਆਂ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ। ਕਈ ਵਾਰ ਮੇਰੀ ਪੇਸ਼ਕਾਰੀ ਇਸ ਤਰ੍ਹਾਂ ਕਰ ਦਿੱਤੀ ਜਾਂਦੀ ਹੈ ਜਿਵੇਂ ਮੈਂ ਕੋਈ CBSE ਸਕੂਲਾਂ ਦੀ ਨੁਮਾਇੰਦਗੀ ਕਰ ਰਿਹਾ ਹੋਵਾਂ। ਇਸ ਤਰ੍ਹਾਂ ਨਹੀਂ ਹੈ। ਮੈਨੂੰ ਫਖਰ ਹੈ ਵੀ ਰਾਸਾ ਫੈਡਰੇਸ਼ਨ ਦੀ ਮੈਂਬਰ ਹੈ। ਮੈਨੂੰ ਇਸ ਗੱਲ ਦਾ ਵੀ ਫਖਰ ਹੈ ਵੀ ਸੇਠੀ ਸਾਹਿਬ ਨੇ ਵੀ ਆਪਦੀਆਂ ਔਰਗੇਨਾਈਜੇਸ਼ਨਾਂ ਦਾ ਸਮਰਥਨ ਜਿਹੜਾ ਹੈਗਾ ਉਹ ਦਿੱਤਾ ਹੋਇਆ। ਸੋ ਫੈਡਰੇਸ਼ਨ ਨੂੰ CBSE ਸਕੂਲਾਂ ਦੀ ਔਰਗੇਨਾਈਜੇਸ਼ਨ ਨਾ ਮੰਨੋ। ਇਟਸ ਅ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਐਂਡ ਐਸੋਸੀਏਸ਼ਨਸ। ਹਰ ਉਹ ਐਸੋਸੀਏਸ਼ਨ ਜਿਹੜੀ ਇੱਕ ਝੰਡੇ ਥੱਲੇ ਇਕੱਠਾ ਹੋਣਾ ਚਾਹੁੰਦੀ ਹੈ। ਮੈਂ ਸਾਰੀਆਂ ਸਟੇਜਾਂ ਤੋਂ ਐਸੋਸੀਏਸ਼ਨ ਸਕੂਲਾਂ ਲਈ ਅੱਜ ਫੇਰ ਕਹਿ ਰਿਹਾ, ਜਿਹਨੇ ਮੈਨੂੰ ਪਹਿਲਾਂ ਸੁਣਿਆ
ਬਿਨਾਂ ਕਿਸੇ ਮੈਂਬਰਸ਼ਿਪ ਤੋਂ, ਬਿਨਾਂ ਕਿਸੇ ਗੱਲ ਤੋਂ ਅਸੀਂ ਐਸੋਸੀਏਟਡ ਸਕੂਲਾਂ ਦੀ ਹਰ ਲੜਾਈ ਲੜਨ ਨੂੰ ਤਿਆਰ ਹਾਂ। ਇਹ ਮੈਂ ਹਰ ਇੱਕ ਥਾਂ ਤੋਂ ਬੋਲਿਆ, ਅੰਮ੍ਰਿਤਸਰ ਵੀ ਬੋਲਿਆ ਸੀ, ਹਰ ਥਾਂ ਤੋਂ ਬੋਲਿਆ। ਇਸ ਲਈ ਮੇਰੇ ਤੇ CBSE ਦਾ ਠੱਪਾ ਨਾ ਲਾਓ, ਉਹ ਫਿਰ ਮੈਨੂੰ ਤਕਲੀਫ ਹੁੰਦੀ ਹੈ ਇਸ ਗੱਲ ਦੀ। ਜਿੰਨੀਆਂ ਮੈਂ ਲੜਾਈਆਂ ਲੜਦਾ ਉਹਦੇ ਵਿੱਚ ਕੋਈ ਵਿਤਕਰਾ ਨਹੀਂ, ਕੋਈ ਗੱਲ ਨਹੀਂ, ਕੁਛ ਨਹੀਂ ਹੈ। ਦੂਸਰੀ ਗੱਲ, ਜਿੰਨੇ ਕੋਰਟ ਕੇਸ ਹੋਏ ਨੇ ਉਹਦੇ ਵਿੱਚ ਫੈਡਰੇਸ਼ਨ ਨੇ ਕੋਰਟ ਕੇਸ ਕੀਤੇ ਨੇ, ਅਤੇ ਮੈਂ ਇੱਥੇ ਅਨਾਊਂਸ ਕਰ ਰਿਹਾ ਵੀ ਸਰਦਾਰ ਹਰਪਾਲ ਸਿੰਘ ਯੂਕੇ ਨੇ ਸਾਨੂੰ ਕਿਹਾ ਵੀ ਅਸੀਂ ਹਰ ਕੋਰਟ ਕੇਸ ਦੇ ਵਿੱਚ ਫੈਡਰੇਸ਼ਨ ਦੇ ਵਿੱਚ 30% ਤੋਂ ਲੈ ਕੇ 40% ਯੋਗਦਾਨ ਅਸੀਂ ਫਾਈਨੈਂਸ਼ੀਅਲੀ ਪਾਇਆ ਕਰਾਂਗੇ। ਇਸ ਲਈ ਹਰਾਸਾ ਯੂਕੇ ਹਰ ਫੈਡਰੇਸ਼ਨ ਦੇ ਕੋਰਟ ਕੇਸ ਦੇ ਵਿੱਚ ਨਾਲ ਸ਼ਾਮਲ ਹੈ। ਆਪਾਂ ਇਸ ਗੇਮ 'ਚ ਨਾ ਪਈਏ, ਕਿਹਨੇ ਕੇਸ ਕੀਤਾ ਕਿਹਨੇ ਨਹੀਂ ਕੀਤਾ। ਮੈਂ ਇੱਕੋ ਗੱਲ 'ਚ ਨਿਬੇੜਤਾ ਵੀ ਰਾਸਾ ਯੂਕੇ ਆ ਖੜੇ ਨੇ, ਸਾਡਾ ਹੋ ਚੁੱਕਿਆ। ਅਸੀਂ ਜਿੰਨੇ ਵੀ ਕੋਰਟ ਕੇਸ ਪਾਉਣੇ ਨੇ ਜਾਂ ਪਾ ਦਿੱਤੇ ਨੇ, ਦੋਨੇ ਐਸੋਸੀਏਸ਼ਨਾਂ ਜਾਂ ਇਹਨਾਂ ਦੇ ਨਾਲ ਦੀਆਂ ਸਹਿਯੋਗੀ ਐਸੋਸੀਏਸ਼ਨਾਂ ਜਿਵੇਂ ਸੇਠੀ ਸਾਹਿਬ ਨੇ ਸਹਿਯੋਗ ਦਿੱਤਾ ਜਾਂ ਹੋਰਾਂ ਨੇ ਦਿੱਤਾ, ਸਾਰਿਆਂ ਦੀ ਰਲੀ ਮਿਲੀ ਭੂਮਿਕਾ ਹੈਗੀ ਹੈ ਇਸ ਦੇ ਵਿੱਚ। ਅਗਲੀ ਗੱਲ ਮੈਂ ਗੱਲ ਕਰ ਰਿਹਾ, ਆਪਣੀ ਇੱਕ ਸਮੱਸਿਆ ਚੱਲੀ ਆ ਰਹੀ ਹੈ। ਜਿੰਨੀਆਂ ਵੀ ਮੇਰੇ ਵੀਰ ਜੀ ਸਮੱਸਿਆਵਾਂ ਗਿਣਿਆ ਕੇ ਚੁੱਕੇ ਨੇ, ਭੱਟ ਸਾਹਿਬ ਤੋਂ ਲੈ ਕੇ ਢੀਂਡਸਾ ਜੀ ਤੋਂ ਲੈ ਕੇ ਤੇ ਜਿੰਨੇ ਮੈਂਬਰ ਸੁਣਾ ਕੇ ਗਏ ਨੇ, ਮੈਂ ਹੁਣ ਇਹਦੇ ਹੱਲ ਵੱਲ ਤੁਰਦਾ, ਕਿਉਂਕਿ ਸਮੱਸਿਆਵਾਂ ਗਿਣਾਉਣੀਆਂ ਕੋਈ ਹੱਲ ਨਹੀਂ ਹੈ। ਸਮੱਸਿਆ ਨਾਲ ਹਰ ਵਕਤ ਲੜਦੇ ਰਹਿਣਾ ਵੀ ਕੋਈ ਹੱਲ ਨਹੀਂ ਹੈ। ਅਸੀਂ ਇਸ ਲੋਕਡਾਊਨ ਦੇ ਵਿੱਚ ਬਹੁਤ ਲੜਾਈਆਂ ਲੜੀਆਂ, ਬਹੁਤ ਲੜਾਂਗੇ, ਪਰ ਥੋੜ੍ਹਾ ਜਿਹਾ ਵਿਚਾਰ ਕਰੀਏ ਵੀ ਇਹ ਸਾਡੇ ਨਾਲ ਹੋ ਕਿਉਂ ਰਿਹਾ, ਅਤੇ ਜਿਸ ਹੱਲ ਵੱਲ ਨੂੰ ਆਪਾਂ ਵੱਧ ਰਹੇ ਹਾਂ ਉਹ ਹੱਲ ਨਹੀਂ ਹੈ। ਇਹ ਸਾਡੇ ਨਾਲ ਐਵੇਂ ਹੀ ਹੋਊਗਾ। ਉਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਘੱਟ ਗਿਣਤੀ ਦੇ ਵਿੱਚ ਹਾਂ, ਅਸੀਂ ਵੋਟ ਬੈਂਕ ਨਹੀਂ ਹੈਗੇ ਸਰਕਾਰ ਦਾ। ਸਾਨੂੰ ਮਾਰ ਕੇ ਉਹ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ। ਸਿਰਫ ਇਹੀ ਪ੍ਰੋਬਲਮ ਹੈ। ਤੁਹਾਡੇ ਨਾਲ ਉਹਨਾਂ ਦੀ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਸਰਕਾਰ ਦੀ। ਜੇ ਤੁਹਾਡੀ ਗਰਦਨ ਮਰੋੜੂਗੀ ਤਾਂ ਉਹਦੇ ਨਾਲ ਪੇਰੈਂਟਸ ਨੂੰ ਖੁਸ਼ ਕਰੂਗੀ, ਤੁਹਾਡੀ ਗਰਦਨ ਮਰੋੜੂਗੀ ਤਾਂ ਹੋਰ ਲੋਕਾਂ ਨੂੰ ਖੁਸ਼ ਕਰੂਗੀ। ਤੁਸੀਂ ਲੋਕਡਾਊਨ ਦੇ ਪਹਿਲੇ ਦਿਨ ਤੋਂ ਲੈ ਕੇ ਜਿੱਦੇ ਤੋਂ ਫੀਸਾਂ ਦਾ ਆਰਡਰ ਕੱਢਿਆ, ਜਦੋਂ ਤੋਂ ਤੁਹਾਡੇ ਬੱਚੇ ਫੈਚ ਕਰਨ ਲੱਗੇ ਨੇ, ਜੋ ਵੀ ਤੁਹਾਡੇ ਨਾਲ ਹੋਇਆ ਇਹ ਸਿਰਫ ਵੋਟ ਬੈਂਕ ਦੀ ਰਾਜਨੀਤੀ ਹੈ। ਇਸ ਤੋਂ ਬਿਨਾਂ ਹੋਰ ਕੁਝ ਨਹੀਂ ਹੈਗਾ। ਤੁਸੀਂ ਇਹਨਾਂ ਦੇ ਵੋਟ ਬੈਂਕ ਬਣ ਜਾਓ ਤੇ ਤੁਹਾਡੇ ਨਾਲ ਕੋਈ ਸਮੱਸਿਆ ਨਹੀਂ ਸਰਕਾਰ ਨੂੰ, ਪਰ ਤੁਸੀਂ ਵੋਟ ਬੈਂਕ ਬਣ ਨਹੀਂ ਸਕਦੇ। ਮੈਂ ਹੁਣ ਤੁਹਾਨੂੰ ਦੱਸਣ ਆਇਆ ਵੀ ਆਪਾਂ ਇਹ ਲੜਾਈ ਹਮੇਸ਼ਾ ਲਈ ਕਿਵੇਂ ਮੁਕਾ ਸਕਦੇ ਹਾਂ। ਇੱਕੋ ਤਰੀਕਾ ਦੱਸਣ ਆਇਆ ਮੈਂ, ਜਿਹੜਾ ਇਹ ਤਰੀਕੇ ਦਾ ਪਹਿਲਾਂ ਵੀ ਥੋੜ੍ਹਾ ਜਿਹਾ ਭੱਟ ਸਾਹਿਬ ਜ਼ਿਕਰ ਕਰਕੇ ਗਏ ਨੇ, ਥੋੜ੍ਹਾ ਜਿਹਾ ਯੂਕੇ ਸਾਹਿਬ ਨੇ ਵੀ ਗੱਲ ਕੀਤੀ ਹੈ। ਮੈਂ ਤੁਹਾਨੂੰ ਪੱਕਾ ਹੀ ਦੱਸ ਦਿੰਦਾ ਵੀ ਆਪਣਾ ਹੱਲ ਕੀ ਹੈ। ਜਦ ਤੱਕ ਆਪਾਂ ਇਹ ਹੱਲ ਨਹੀਂ ਕਰਾਂਗੇ ਤਾਂ ਸਾਡੇ ਨਾਲ ਇਹ ਚੱਲਦੇ ਰਹੂਗਾ। ਅੱਜ ਕਾਂਗਰਸ ਹੈ, ਕੱਲ੍ਹ ਨੂੰ ਆਮ ਆਦਮੀ ਆ ਗਈ, ਪਰਸੋਂ ਨੂੰ ਅਕਾਲੀ ਦਲ ਆ ਗਿਆ, ਕੋਈ ਵੀ ਆਊਗਾ, ਤੁਹਾਡੇ ਪੱਖ 'ਚ ਕੋਈ ਨਾ ਖੜਿਆ ਅੱਜ ਤੱਕ, ਨਾ ਖੜੂਗਾ। ਹੁਣ ਇਹਨਾਂ ਨੂੰ ਖੜਾਉਣਾ ਕਿਵੇਂ ਆ? ਅਸੀਂ ਪਿੱਛੇ ਫੈਡਰੇਸ਼ਨ ਦੀ ਮੀਟਿੰਗ ਕੀਤੀ ਸੀ, ਉਹਦੇ 'ਚ ਸਰਦਾਰ ਹਰਪਾਲ ਸਿੰਘ ਜੀ ਵੀ ਸੀਗੇ। ਅਸੀਂ ਇਹ 7 ਮੈਂਬਰਾਂ ਦਾ ਇੱਕ ਪੋਲੀਟੀਕਲ ਵਿੰਗ ਬਣਾਇਆ, ਜਿਹੜਾ ਕਿ ਇਸ ਗੱਲ 'ਤੇ ਵਿਚਾਰ ਕਰੂਗਾ ਵੀ ਸਰਕਾਰਾਂ ਸਾਨੂੰ ਕਿਵੇਂ ਮਾਰ ਰਹੀਆਂ ਨੇ, ਇਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ। ਉਹਦੇ ਵਿੱਚ ਅਸੀਂ ਅੱਜ ਤੱਕ ਕਿਸੇ ਵੀ ਪਾਰਟੀ ਕੋਲ ਇਹ ਗੱਲ ਲੈ ਕੇ ਨਹੀਂ ਗਏ ਵੀ ਸਾਡੀਆਂ ਆਹ ਮੰਗਾਂ ਨੇ ਜਿਹੜੀਆਂ, ਇਹਨਾਂ ਨੂੰ ਆਪਦੇ ਚੋਣ ਮੈਨੀਫੈਸਟੋ 'ਚ ਪਾਓ। ਤੇ ਹੁਣ ਮੈਂ ਦੱਸਣਾ ਚਾਹੁੰਦਾ, ਜਦੋਂ ਤੁਸੀਂ ਆਪਦੇ ਸਕੂਲਾਂ ਦੀਆਂ ਮੰਗਾਂ ਚੋਣ ਮੈਨੀਫੈਸਟੋ ਵਾਸਤੇ ਲੈ ਕੇ ਜਾਓਗੇ, ਕਿਸੇ ਨੇ ਨਹੀਂ ਪਾਉਣੀਆਂ, ਕਿਉਂਕਿ ਤੁਹਾਨੂੰ ਮਾਰ ਕੇ ਤਾਂ ਪੇਰੈਂਟਸ ਨੂੰ ਖੁਸ਼ ਕਰਨਾ। ਇਸ ਲਈ ਅਸੀਂ 2 ਮੰਗਾਂ ਸੰਖੇਪ ਵਿੱਚ ਬਣਾਈਆਂ ਨੇ। ਉਹ ਕੀ ਨੇ? ਨੰਬਰ 1, ਟੈਕਸ ਫਰੀ ਐਜੂਕੇਸ਼ਨ। ਟੈਕਸ ਫਰੀ ਐਜੂਕੇਸ਼ਨ ਵਿੱਚ ਸਾਰਾ ਕੁਝ ਆ ਗਿਆ। ਇਹਦੇ ਵਿੱਚ ਤੁਹਾਡਾ CLU ਵੀ ਆ ਗਿਆ, ਇਹ 'ਚ ਬਿਜਲੀ ਦਾ ਬਿੱਲ ਵੀ ਆ ਗਿਆ, ਤੁਹਾਡੇ ਬੱਸਾਂ ਦਾ SRT ਟੈਕਸ ਵੀ ਆ ਗਿਆ। ਅਸੀਂ ਮੰਗ ਆਪਦੇ ਲਈ ਨਹੀਂ ਰੱਖਣੀ, ਅਸੀਂ ਕਹਾਂਗੇ ਪ੍ਰਾਈਵੇਟ ਸੰਸਥਾਵਾਂ ਵਿੱਚ ਪੜ੍ਹ ਰਹੇ ਮਾਪਿਆਂ ਦੇ ਬੱਚਿਆਂ ਲਈ ਟੈਕਸ ਫਰੀ ਐਜੂਕੇਸ਼ਨ ਦਿਓ। ਇਹਦੇ ਵਿੱਚ ਕੌਣ ਸ਼ਾਮਲ ਹੋ ਗਏ? ਪੇਰੈਂਟਸ। ਇਹ 'ਚ ਕੌਣ ਸ਼ਾਮਲ ਹੋ ਗਏ? ਬੱਚੇ। ਫਿਰ ਤੁਸੀਂ ਬਣੋਗੇ ਵੋਟ ਬੈਂਕ। ਜਦ ਤੱਕ ਤੁਹਾਡੇ ਨਾਲ ਪੇਰੈਂਟਸ ਨਹੀਂ ਲੱਗਦੇ, ਜਦ ਤੱਕ ਤੁਹਾਡੇ ਸਾਰੇ ਟੀਚਰਸ ਨਹੀਂ ਲੱਗਦੇ, ਜਦ ਤੱਕ ਤੁਹਾਡੇ ਸਾਰੇ ਪ੍ਰਿੰਸੀਪਲ ਸਾਹਿਬਾਨ ਨਹੀਂ ਲੱਗਦੇ, ਡਰਾਈਵਰ ਕੰਡਕਟਰ ਨਹੀਂ ਲੱਗਦੇ, ਤੁਸੀਂ ਵੋਟ ਬੈਂਕ ਨਹੀਂ ਬਣ ਸਕਦੇ। ਜਦ ਤੱਕ ਤੁਸੀਂ ਵੋਟ ਬੈਂਕ ਨਹੀਂ ਬਣ ਸਕਦੇ, ਤੁਹਾਡੀ ਗਰਦਨ ਮਰੋੜੀ ਹੀ ਜਾਊਗੀ। ਇਸ ਲਈ ਪਹਿਲਾ ਕੰਮ ਬਣਦਾ, ਅਸੀਂ 3 ਪਾਰਟੀਆਂ 4 ਪਾਰਟੀਆਂ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਦਈਏ ਵੀ ਉਹ ਆਪਦੇ ਚੋਣ ਮੈਨੀਫੈਸਟੋ 'ਚ ਲਿਖਣ ਵੀ ਪ੍ਰਾਈਵੇਟ ਸੰਸਥਾਵਾਂ ਵਿੱਚ ਪੜ੍ਹਨ ਵਾਲੇ
ਵਿਦਿਆਰਥੀਆਂ ਦੇ ਮਾਪਿਆਂ ਲਈ ਜਿਹੜਾ ਟੈਕਸ ਫ੍ਰੀ ਐਜੂਕੇਸ਼ਨ ਕਰ ਰਹੇ ਹਾਂ ਅਸੀਂ। ਜੇ ਸਰਕਾਰੀ ਸਕੂਲ 'ਚ ਬੱਚਾ, ਸਰਕਾਰੀ ਕਾਲਜ 'ਚ ਬੱਚਾ ਪੜ੍ਹਨ ਜਾਂਦਾ, ਉਹਨੂੰ ਬੱਸ ਪਾਸ ਦੀ ਸਹੂਲਤ ਹੈ, ਤਾਂ ਪ੍ਰਾਈਵੇਟ ਸਕੂਲ 'ਚ ਅਗਰ ਬੱਚਾ ਪੜ੍ਹਨ ਜਾਂਦਾ ਤਾਂ ਉਸ ਬੱਸ ਨੂੰ ਵੀ ਟੈਕਸ ਨਹੀਂ ਲੱਗੂਗਾ। ਅਗਰ ਪ੍ਰਾਈਵੇਟ ਸੰਸਥਾ ਵਿੱਚ ਪੜ੍ਹ ਰਿਹਾ ਤਾਂ ਉੱਥੇ ਬਿਜਲੀ ਦਾ ਬਿੱਲ ਵੀ ਕਮਰਸ਼ੀਅਲ ਨਹੀਂ ਲੱਗੂਗਾ। ਇਹ ਸਾਰਾ ਤਾਂ ਹੋਊਗਾ। ਦੂਜੀ ਮੰਗ, ਦੂਜੀ ਅਸੀਂ ਉਹਦੇ ਵਿੱਚ ਇਹ ਫਾਈਨਲ ਕੀਤੀ ਹੈ ਵੀ ਜਿੰਨੇ ਸਾਡੇ EMPLOYEES ਨੇ, ਟੀਚਿੰਗ ਨਾਨ ਟੀਚਿੰਗ ਕੋਈ ਵੀ, ਸਰਕਾਰ ਉਹਨਾਂ ਲਈ 5 ਲੱਖ ਦਾ ਬੀਮਾ ਫ੍ਰੀ ਕਰੇ। ਇਹਦੇ ਨਾਲ ਕੀ ਹੋਊਗਾ? ਇਹ ਮੰਗ ਕਿਹਦੀ ਹੋਗੀ? ਦੂਜੀ ਸਾਡੇ EMPLOYEES ਦੀ। ਇਹ ਦੋਨਾਂ ਮੰਗਾਂ ਨੂੰ ਚੋਣ ਮੈਨੀਫੈਸਟੋ 'ਚ ਸਥਾਨ ਮਿਲੂਗਾ ਤੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਸੰਸਥਾਵਾਂ ਨੂੰ ਹੈਲਪ ਮਿਲੂਗੀ। ਜੇ ਤੁਸੀਂ ਜਾ ਕੇ ਕਹੋਗੇ ਸਾਡਾ ਟੈਕਸ ਮਾਫ ਕਰ ਦਿਓ ਤਾਂ ਤੁਹਾਡੇ ਪੇਰੈਂਟਸ ਵੀ ਖਿਲਾਫ ਨੇ, ਤੁਹਾਡੇ ਜਨਤਾ ਵੀ ਖਿਲਾਫ ਹੈ। ਅਗਰ ਤੁਸੀਂ ਕਹੋਗੇ ਵੀ ਸਾਨੂੰ ਟੈਕਸ ਮਾਫ ਕਰੋ, ਅਸੀਂ ਜਿੰਨਾ ਮਾਫ ਕਰੋਗੇ ਉਹਦਾ ਰਿਲੀਫ ਪੇਰੈਂਟਸ ਨੂੰ ਦੇਵਾਂਗੇ। ਜਿੰਨਾ ਅਸੀਂ ਟੈਕਸ ਭਰਦੇ ਸੀ ਉਹ ਰਿਲੀਫ ਅਸੀਂ 10%, 5% ਪੇਰੈਂਟਸ ਨੂੰ ਦੇਵਾਂਗੇ। ਜਦੋਂ ਤੁਸੀਂ ਇਹ ਦੋ ਚੀਜ਼ਾਂ ਪਵਾਉਣ 'ਚ ਸ਼ਾਮਲ ਹੋ ਗਏ ਤਾਂ ਆਪਣਾ ਹੱਲ ਬਣੂਗਾ, ਕਿਉਂਕਿ ਸਾਨੂੰ ਜਿਹੜੀ ਮਰਜ਼ੀ ਸਰਕਾਰ ਆ ਜੇ ਐਂ ਮਰੋੜੂਗੀ ਉਹ। ਹੁਣ ਆਪਾਂ ਦੂਜੀ ਗੱਲ ਅਸੀਂ ਇਹਦੇ ਵਿੱਚ ਇਹ ਗੱਲ ਕੀਤੀ ਹੈ, ਅਸੀਂ ਅੱਜ ਸੜਕਾਂ ਦੇ ਉੱਤਰ ਜਾਈਏ ਵੀ ਸਾਡੇ ਸਕੂਲਾਂ ਦੇ ਹੱਕ ਨਾਲ ਦੀ ਨਾਲ ਕੁਛ ਸੋ ਕਾਲਡ ਪੇਰੈਂਟਸ, ਮੈਂ ਪੇਰੈਂਟਸ ਨਹੀਂ ਕਹਿੰਦਾ ਉਹਨਾਂ ਨੂੰ, ਉਹ ਵੀ ਬਰਾਬਰ ਉਤਰ ਆਉਣਗੇ ਤੁਹਾਡੇ। ਤੁਹਾਡੀ ਐਜੀਟੇਸ਼ਨ ਦਾ ਕੋਈ ਮਹੱਤਵ ਨਹੀਂ ਹੈ, ਲੇਕਿਨ ਜੇਕਰ ਤੁਸੀਂ ਬਿਨਾਂ ਕਿਸੇ ਮੰਗ ਤੋਂ, ਜਿਵੇਂ ਇੱਥੇ ਗੁਰਮੁਖ ਸਿੰਘ ਜੀ ਕਹਿ ਕੇ ਗਏ ਤੇ ਵੀ ਤੁਹਾਨੂੰ ਸੜਕਾਂ 'ਤੇ ਉਤਰਨਾ ਪਊਗਾ, ਅਸੀਂ ਸਾਰਾ ਪੰਜਾਬ ਇੱਕ ਦਿਨ ਸੜਕਾਂ 'ਤੇ ਉਤਰੀਏ, ਇੱਕ ਦਿਨ ਸਿੱਖਿਆ ਬਚਾਓ ਪੰਜਾਬ ਬਚਾਓ ਦੇ ਨਾਂ ਦੇ ਉੱਤੇ। ਨਾਲ ਅਸੀਂ ਦੱਸੀਏ ਵੀ ਅਸੀਂ ਇੰਨੇ ਲੱਖ ਬੰਦਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ, ਇੰਨੇ ਲੱਖ ਵਿਦਿਆਰਥੀ ਅਸੀਂ ਪੜ੍ਹਾ ਰਹੇ ਹਾਂ, ਸਾਡਾ ਸੁਸਾਇਟੀ ਵਿੱਚ ਕੀ ਯੋਗਦਾਨ ਹੈ ਇਹ ਦੱਸਣ ਨੂੰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਆਪਦਾ ਤੁਸੀਂ ਸ਼ਕਤੀ ਪ੍ਰਦਰਸ਼ਨ ਕਰੋ ਤੇ ਮੈਂ ਗਰੰਟੀ ਦਿੰਦਾ ਸਾਰੀਆਂ ਪਾਰਟੀਆਂ ਤੁਹਾਨੂੰ ਆ ਕੇ ਬਿਠਾ ਕੇ ਨਾ ਪੁੱਛਣ, ਜਿਹੜੇ ਇੱਥੋਂ ਗੱਲ ਕਰ ਰਹੇ ਸੀ ਨਾ ਵੀ ਸਾਡੇ ਨਾਲ ਬੈਠ ਕੇ ਗੱਲ ਨਹੀਂ ਕਰਦੇ, ਤਾਂ ਮੈਂ ਗਰੰਟੀ ਦਿੰਦਾ ਸਾਰੀਆਂ ਪਾਰਟੀਆਂ ਤੁਹਾਨੂੰ ਬਿਠਾ ਕੇ ਪੁੱਛਣਗੇ ਦੱਸੋ ਤੁਹਾਡਾ ਦੁੱਖ ਕੀ ਹੈ। ਇਸ ਲਈ ਮੈਂ ਸਾਰੀਆਂ ਐਸੋਸੀਏਸ਼ਨਾਂ ਨੂੰ ਇਹ ਬੇਨਤੀ ਕਰਦਾ ਵੀ ਅੱਡ ਅੱਡ ਜ਼ੋਰ ਨਾ ਲਾਓ, ਇੱਕ ਮਿਤੀ ਆਪਾਂ ਨਿਸ਼ਚਿਤ ਕਰੀਏ। ਜਦੋਂ ਸਾਡੇ ਹੁਣ ਸਕੂਲ ਖੋਲ੍ਹਣ ਦੀ ਅਨਾਉਂਸਮੈਂਟ ਹੋਊਗੀ, ਪੰਜਾਬ ਦੀਆਂ ਸੜਕਾਂ ਬਾਘਾ ਬਾਰਡਰ ਤੋਂ ਲੈ ਕੇ ਖਨੌਰੀ ਤੱਕ, ਉਧਰ ਅਬੋਹਰ ਤੋਂ ਲੈ ਕੇ ਚੰਡੀਗੜ੍ਹ ਤੱਕ ਪੀਲੀਆਂ ਕਰ ਦਈਏ ਬੱਸਾਂ ਦੇ ਨਾਲ, ਤਾਂ ਕਿ ਪਤਾ ਲੱਗੇ ਵੀ ਅਸੀਂ ਕਿੱਡਾ ਵੱਡਾ ਸੈਕਟਰ ਆ ਜਿਹਨੇ 55% ਵਿਦਿਆਰਥੀ ਸੰਭਾਲੇ ਹੋਏ ਨੇ, ਸਾਡਾ ਸੁਸਾਇਟੀ 'ਚ ਕੀ ਯੋਗਦਾਨ ਆ। ਅਸੀਂ ਰਾਜਨੀਤਿਕ ਉਸ ਤੋਂ ਪਰੇ ਹਟਦੇ ਹੋਏ, ਪਰੇ ਰਹਿੰਦੇ ਹੋਏ, ਅਸੀਂ ਸਾਰੀਆਂ ਪਾਰਟੀਆਂ ਨੂੰ ਇਹ ਪ੍ਰੈਸ਼ਰਾਈਜ਼ ਕਰੀਏ, ਉਹਨਾਂ ਦਾ ਧਿਆਨ ਕੇਂਦਰਿਤ ਕਰੀਏ, ਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਹੋਊਗਾ। ਨਹੀਂ ਕੇਸ ਗਾਂਧੀ ਸਾਹਿਬ ਸਾਨੂੰ ਜਿੱਤ ਕੇ ਦੇ ਜਾਂਦੇ ਨੇ, ਅਸੀਂ ਲੜੀ ਜਾਂਦੇ ਹਾਂ। ਇਟਸ ਨੈਵਰ ਐਂਡਿੰਗ ਪ੍ਰੋਸੈਸ, ਇਹ ਕਦੇ ਖਤਮ ਨਹੀਂ ਹੋਣਾ ਸਿਸਟਮ। ਸੋ ਮੈਂ ਬੇਨਤੀ ਕਰਦਾ, ਇਹ ਸਾਡੀ ਗੱਲ ਹੋ ਚੁੱਕੀ ਹੈ, ਉਸ ਦੇ ਵਿੱਚ ਅਸੀਂ ਰੁਜ਼ਗਾਰ ਬਚਾਓ, ਪੰਜਾਬ ਬਚਾਓ, ਸਿੱਖਿਆ ਬਚਾਓ ਦੀ ਗੱਲ ਕਰੀਏ ਤੇ ਇੱਕ ਇੱਕ ਸਕੂਲ ਜਿੰਨੀਆਂ ਉਹਦੇ ਕੋਲ ਬੱਸਾਂ ਨੇ ਉਹ ਆਪਦੀਆਂ ਭਰ ਕੇ, ਐਡੀ ਐਜੀਟੇਸ਼ਨ ਕੋਈ ਨਹੀਂ ਕਰ ਸਕਦਾ। ਸਾਡੀਆਂ ਬੱਸਾਂ ਯੂਜ਼ ਕਰਕੇ ਪੋਲੀਟੀਕਲ ਪਾਰਟੀਆਂ ਕਿੱਡੀਆਂ ਕਿੱਡੀਆਂ ਰੈਲੀਆਂ ਕਰ ਜਾਂਦੀਆਂ ਨੇ। ਕੀ ਇੱਕ ਦਿਨ ਅਸੀਂ ਆਪਦੀਆਂ ਬੱਸਾਂ ਆਪਣੇ ਲਈ ਇਸਤੇਮਾਲ ਨਹੀਂ ਕਰ ਸਕਦੇ? ਮੈਂ ਗਰੰਟੀ ਦਿੰਦਾ ਇੱਕ ਦਿਨ ਆਪਦੀਆਂ ਸਾਰੀਆਂ ਬੱਸਾਂ ਸਾਰੇ ਮੁਲਾਜ਼ਮ ਬਾਹਰ ਕੱਢ ਲਿਓ। ਜਦੋਂ ਤੁਸੀਂ ਇਹ ਨਾਅਰਾ ਦਿਓਗੇ ਨਾ ਵੀ ਟੈਕਸ ਫ੍ਰੀ ਐਜੂਕੇਸ਼ਨ ਕਰੋ ਸਾਡੇ ਬੱਚਿਆਂ ਲਈ, ਮਾਂ-ਬਾਪ ਵੀ ਤੁਹਾਡੇ ਨਾਲ ਆਉਣਗੇ। ਜਦੋਂ ਤੁਸੀਂ ਕਹੋਗੇ ਨਾ ਸਾਡੇ ਸਾਰੇ EMPLOYEES ਦਾ ਬੀਮਾ ਕਰੋ, ਇਹਨਾਂ ਨੂੰ ਵੀ ਸਿਹਤ ਸਹੂਲਤਾਂ ਦਿਓ, ਤਾਂ ਤੁਹਾਡੇ ਨਾਲ EMPLOYEE ਵੀ ਬਾਹਰ ਆਉਣਗੇ। ਆਪਦੇ ਲਈ ਮੰਗਾਂ ਮੰਗਣੀਆਂ ਛੱਡੀਏ, ਕਿਉਂਕਿ ਸਾਡੇ ਨਾਂ ਤੇ ਨਾ ਸਰਕਾਰ ਨੇ ਦੇਣਾ, ਨਾ ਸਾਨੂੰ ਕਿਸੇ ਨੇ ਸਪੋਰਟ ਦੇਣੀ ਆ। ਇਨਡਾਇਰੈਕਟ ਬੈਨੀਫਿਟ ਆਪਾਂ ਨੂੰ ਪਹੁੰਚੂਗਾ। ਦੂਜੀ ਗੱਲ ਮੈਂ ਇੱਥੇ ਹੋਰ ਦੱਸਣਾ ਚਾਹੁੰਦਾ, ਸਰਕਾਰੀ ਸਕੂਲਾਂ ਦਾ ਮੈਂ ਬਹੁਤ ਰਿਸਪੈਕਟ ਕਰਦਾ। ਮੈਂ ਇਸ ਸਟੇਜ ਤੋਂ ਸਰਕਾਰੀ ਅਧਿਆਪਕਾਂ ਨੂੰ ਸਲੂਟ ਕਰਦਾ, ਸਾਡਾ ਉਹਨਾਂ ਨਾਲ ਕੋਈ ਰੌਲਾ ਨਹੀਂ ਹੈਗਾ। ਅਸੀਂ ਉਹਨਾਂ ਦੀ ਬਦੌਲਤ ਹੈ, ਉਹ ਸਾਡੇ ਜਨਮਦਾਤੇ ਨੇ। ਕੇਰਲਾ ਦੇ ਵਿੱਚ ਕਿੰਨੇ ਸਕੂਲ ਨੇ ਜੀ ਪ੍ਰਾਈਵੇਟ? ਨਾ ਮਾਤਰ। ਪੰਜਾਬ ਵਿੱਚ ਇੰਨੇ ਪ੍ਰਾਈਵੇਟ ਸਕੂਲ ਕਿਉਂ ਨੇ? ਕਿਉਂਕਿ ਇੱਥੋਂ ਦਾ ਐਜੂਕੇਸ਼ਨ ਸਿਸਟਮ ਸਹੀ ਨਹੀਂ ਸੀ, ਇੱਥੋਂ ਦੀਆਂ ਸਰਕਾਰਾਂ ਦੀ ਸੋਚ ਸਹੀ ਨਹੀਂ ਸੀ, ਅੱਜ ਵੀ ਨਹੀਂ ਹੈਗੀ। ਉਹ ਬਲੀ ਦੇ ਬੱਕਰੇ ਤਿਆਰ ਕਰ ਰਹੇ ਨੇ ਇਹ ਸਕੂਲਾਂ ਨੂੰ, ਇਹਨਾਂ ਨੂੰ ਸਮੇਤ ਬੱਚੇ ਵੇਚਣਗੇ, ਉਹ ਇਹ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਵੇਚਣਗੇ, ਸਭ ਨੂੰ ਪਤਾ ਇਸ ਗੱਲ ਦਾ। ਸੋ ਇਸ ਲਈ ਇਕੱਲੇ ਕੋਰਟ ਕੇਸ ਨਹੀਂ ਬਚਾ ਸਕਦੇ ਸਾਨੂੰ। ਦੋ ਚੀਜ਼ਾਂ ਮੈਨੂੰ ਕਹਿ ਲੈਣ ਦਿਓ, ਕੌੜੀਆਂ ਲੱਗਣ ਜਾਂ ਸੱਚੀਆਂ ਲੱਗਣ। ਨੰਬਰ 1, ਸਾਡਾ
ਸਰਕਾਰੀ ਸਕੂਲਾਂ ਨਾਲੋਂ ਮਿਆਰ ਦਾ ਇੰਨਾ ਫਰਕ ਸੀ, ਉਹ ਇੰਨਾ ਕੁ ਰਹਿ ਗਿਆ। ਜਿੱਦੇ ਇਹ ਖਤਮ ਹੋ ਗਿਆ ਅਸੀਂ ਉਹੀ ਮਰ ਜਾਣਾ। ਇਸ ਲਈ ਆਪਦੇ ਮਿਆਰ ਨੂੰ ਉੱਚਾ ਚੱਕ ਲਈਏ। ਇਸ ਗੱਲ 'ਚ ਕੋਈ ਸ਼ੰਕਾ ਨਹੀਂ ਵੀ ਅੱਜ ਸਰਕਾਰੀ ਟੀਚਰ ਬਹੁਤ ਮਿਹਨਤ ਕਰ ਰਹੇ ਨੇ। ਉਹਨਾਂ ਕੋਲ ਰਿਸੋਰਸਿਸ ਕੀ ਨੇ, ਸਾਧਨ ਕੀ ਨੇ, ਉਹਨਾਂ ਕੋਲ ਬੱਚੇ ਕਿਹੋ ਜਿਹੇ ਪੜ੍ਹਦੇ ਨੇ, ਜਿਨ੍ਹਾਂ ਨੇ ਨਾਲ ਪੇਟ ਵੀ ਦੇਖਣਾ, ਉਹੋ ਜਿਹੇ ਬੱਚਿਆਂ ਨੂੰ ਪੜ੍ਹਾ ਰਹੇ ਨੇ। ਆਪਾਂ ਵਧੀਆ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਲੇਕਿਨ ਅੱਜ ਇਹ ਗੱਲ 'ਚ ਕੋਈ ਝੂਠ ਨਹੀਂ ਹੈਗਾ ਵੀ ਸਕੂਲਾਂ ਦੇ ਵਿੱਚ ਟੱਚ ਸਕਰੀਨ ਵਾਲੀਆਂ ਇੰਟਰੈਕਟਿਵ ਬੋਰਡਸ ਆ ਰਹੇ ਨੇ। ਇਨਫਰਾਸਟ੍ਰਕਚਰ ਜਿਹੜੀ ਅਸੀਂ ਦੁਹਾਈ ਦੇ ਰਹੇ ਹਾਂ ਨਾ ਵੀ ਉਹਨਾਂ ਦੀਆਂ ਕੰਧਾਂ ਹੋ ਗਈਆਂ, ਉਹ ਖੜੀਆਂ ਹੋ ਜਾਣਗੀਆਂ। ਉਹ ਦਿਨ ਕੀ ਬਣੂਗਾ? ਉਸ ਦਿਨ ਸਾਡੇ ਕੋਲ ਬੱਚੇ ਕਿਉਂ ਆਉਣਗੇ? ਸਿਰਫ ਇੱਕ ਚੀਜ਼ ਕਰਕੇ ਆਉਣਗੇ, ਕੁਆਲਿਟੀ ਐਜੂਕੇਸ਼ਨ ਕਰਕੇ, ਜਿਹੜਾ ਤੇਜਪਾਲ ਜੀ ਨੇ ਵੀ ਸੁਨੇਹਾ ਭੇਜਿਆ ਢੀਂਡਸਾ ਜੀ ਰਾਹੀਂ। ਜੇ ਅਸੀਂ ਕੁਆਲਿਟੀ ਐਜੂਕੇਸ਼ਨ ਦੇਵਾਂਗੇ ਫਿਰ ਸਾਡੀ ਹੋਂਦ ਨੂੰ ਕੋਈ ਖਤਰਾ ਨਹੀਂ ਹੈਗਾ। ਇਸ ਲਈ ਮੈਂ ਲਾਸਟ ਗੱਲਾਂ ਦੇ ਜਿਹੀ ਕਹੂੰਗਾ, ਇੱਕ ਤਾਂ ਸਾਨੂੰ ਆਪਣੀ ਕੁਆਲਿਟੀ ਐਜੂਕੇਸ਼ਨ ਇੰਪਰੂਵ ਕਰਨੀ ਪਊਗੀ। ਟੀਚਰ, ਸਰਕਾਰੀ ਟੀਚਰਸ ਦੀਆਂ ਹਰ ਰੋਜ਼ ਸਾਰਾ ਸਾਲ ਟ੍ਰੇਨਿੰਗਸ ਹੁੰਦੀਆਂ ਨੇ। ਸਾਡੇ ਸਟਾਫ ਦੀਆਂ ਕਿੰਨੀਆਂ ਟ੍ਰੇਨਿੰਗਸ ਹੁੰਦੀਆਂ ਨੇ, ਆਪਾਂ ਆਪ ਨਿਗਾਹ ਮਾਰ ਲਈਏ। ਜਾਂ ਫਿਰ ਇਹ ਕਰੀਏ, ਅਸੀਂ ਜਥੇਬੰਦੀਆਂ ਤਿਆਰ ਹੋ ਕੇ ਅਸੀਂ ਵਧੀਆ ਆਪਦੇ ਰਿਸੋਰਸ ਪਰਸਨ ਚੁਣੀਏ, ਆਪਦੇ ਸਟਾਫ ਨੂੰ ਟ੍ਰੇਨਿੰਗ, ਪ੍ਰਿੰਸੀਪਲਸ ਨੂੰ ਟ੍ਰੇਨਿੰਗ, ਮੈਨੇਜਮੈਂਟ ਟ੍ਰੇਨਿੰਗ ਕਰਾਈਏ, ਤਾਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਆਪਦਾ ਕੱਦ ਉੱਚਾ ਕਰ ਸਕੀਏ। ਦੂਸਰੀ ਗੱਲ, ਸਾਨੂੰ ਹੋਰ ਕਿਹੜੀ ਗੱਲ ਦਾ ਜਿਹੜਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਹੈ? ਕੁਝ ਬੇਸਿਕ ਸਹੂਲਤਾਂ ਸਾਨੂੰ ਕਾਇਮ ਕਰਨੀਆਂ ਪੈਣਗੀਆਂ। ਬੇਸਿਕ ਠੀਕ ਹੈ, ਅਸੀਂ ਇਸ ਗੱਲ ਵਾਸਤੇ ਲੜ ਸਕਦੇ ਹਾਂ ਵੀ 10,000 ਫੀਸ ਨਹੀਂ ਦੇਣੀ, ਇੰਨਾ ਮਹਿੰਗਾ ਸਿਸਟਮ ਆ, ਸਾਨੂੰ ਤੰਗ ਕਰਦੇ ਨੇ। ਲੇਕਿਨ ਅੱਜ ਅਸੀਂ RTI ਪਾਈ ਆ, ਹੁਣ ਅਸੀਂ ਉਹ ਰੌਲਾ ਪਾਉਣੇ ਨਾ ਵੀ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਕੋਈ ਫਾਇਰ ਬ੍ਰਿਗੇਡ ਦਾ ਸਿਸਟਮ ਨਹੀਂ ਹੈਗਾ, ਸਰਕਾਰੀ ਸਕੂਲਾਂ 'ਚ ਪਾਣੀ ਦਾ ਨਹੀਂ ਹੈਗਾ। ਅਸੀਂ ਉਹਨਾਂ ਨੂੰ ਟੋਕ ਕੇ ਉੱਥੇ ਕਰਵਾ ਦਾਂਗੇ, ਪਰ ਆਪ ਵੀ ਕਰ ਲਈਏ ਅਸੀਂ। ਇਸ ਲਈ ਸਾਨੂੰ ਜਿਹੜਾ ਆਪਦਾ ਐਜੂਕੇਸ਼ਨ ਸਟੈਂਡਰਡ ਉੱਚਾ ਕਰਨਾ ਪੈਣਾ, ਨਹੀਂ ਅਸੀਂ ਆਪਣੇ ਆਪ ਹੀ ਅਲੋਪ ਹੋ ਜਾਣਾ ਜੀ। ਜੀ ਇਹ ਆਪਾਂ ਕਰਦੇ ਹਾਂ ਜੀ ਗੱਲ ਇਸ 'ਤੇ। ਸੋ ਮੈਂ ਇਸ ਲਈ ਥੋੜ੍ਹੀ ਜਿਹੀ ਵੱਖਰੀ ਗੱਲ ਕੀਤੀ ਹੈ ਆਪਣੀ ਐਗਜ਼ਿਸਟੈਂਸ ਦੀ, ਔਰ ਆਪਾਂ ਕਿਵੇਂ ਲੰਬਾ ਟਾਈਮ ਜਿਹੜਾ ਹੈ ਸਰਵਾਈਵ ਕਰਨਾ, ਔਰ ਇੱਕ ਦੂਜੇ ਦੀ ਰਿਸਪੈਕਟ ਕਰੀਏ। ਰਿਸਪੈਕਟ ਦਾ ਅਰਥ ਹੈਗਾ, ਮੈਂ ਫੈਡਰੇਸ਼ਨ ਵੱਲੋਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਵੀ ਤੁਸੀਂ ਟੀਚਰਸ ਨੂੰ, ਪ੍ਰਿੰਸੀਪਲਸ ਨੂੰ, ਇੰਸਟੀਟਿਊਸ਼ਨ ਨੂੰ ਅਵਾਰਡ ਦਿਆਂਗੇ। ਉਹਦੇ ਵਾਸਤੇ 80 ਬੰਦਿਆਂ ਦੀ ਟੀਮ ਡੋਰ ਟੂ ਡੋਰ ਗਈ ਹੈ। ਉਹ ਐਂ ਨਹੀਂ ਵੰਡਣੇ। ਕੁਛ ਅਵਾਰਡ ਇਹੋ ਜਿਹੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਵੀ ਜੀ ਫਲਾਣੇ ਵਾਲ ਹੈ ਤੂੰ ਇੱਦਾਂ, ਉਹ ਅਵਾਰਡ ਨਹੀਂ ਹੁੰਦਾ। ਜਿਹੜੇ ਐਂ ਮੁੱਲ ਖਰੀਦਦੇ ਹੋ ਉਹ ਵੀ ਅਵਾਰਡ ਨਹੀਂ ਹੁੰਦੇ। ਅਵਾਰਡ ਹੁੰਦੇ ਨੇ ਜਦੋਂ ਸਹੀ ਬੰਦੇ ਨੂੰ ਸਹੀ ਤਰੀਕੇ ਨਾਲ ਦਿੱਤੇ ਜਾਣ। ਉਹ ਕੰਮ ਵੀ ਅਸੀਂ ਸਾਰਿਆਂ ਨੇ ਰਲ ਕੇ ਜਿਹੜਾ ਹੈਗਾ ਸਟਾਰਟ ਕੀਤਾ। ਦੂਸਰੀ ਗੱਲ, ਕੱਲ੍ਹ ਮੈਂ ਇੱਕ ਮੈਸੇਜ ਦਿੱਤਾ ਸੀ ਜਿਹੜਾ ਮੈਨੂੰ ਬਹੁਤ ਦੁੱਖ ਹੋਇਆ, ਮੈਂ ਇੱਥੇ ਸਾਂਝਾ ਕਰਨਾ ਚਾਹੁੰਦਾ। ਸਾਡੀਆਂ ਸਾਰੀਆਂ ਡਿਬੇਟਸ ਇਸੇ ਗੱਲ 'ਤੇ ਹੋਣਗੀਆਂ ਵੀ ਸਾਨੂੰ ਕੀ ਨੁਕਸਾਨ ਹੋ ਰਿਹਾ, ਕੀ ਸਾਡਾ ਪੜ੍ਹਾਈ ਵੱਲ ਜਾਂ ਉਹਦੇ ਵਿੱਚ ਪੜ੍ਹਾਏ ਜਾਂਦੇ ਮਟੀਰੀਅਲ ਵੱਲ ਕੋਈ ਜ਼ਿੰਮੇਵਾਰੀ ਨਹੀਂ ਹੈ। ਕੱਲ੍ਹ ਮੈਂ ਸਾਰੇ ਗਰੁੱਪਾਂ ਦੇ ਵਿੱਚ ਪਾਇਆ ਸੀ, ਅੱਜ ਵੀ ਪਾਉਣਾ। ਫਸਟ ਕਲਾਸ ਦੀ ਹਿੰਦੀ ਦੀ ਕਿਤਾਬ ਦੇ ਵਿੱਚ ਉਹਦਾ ਚੈਪਟਰ ਹੈ ਪਗੜੀ। ਉਹਦੇ ਲਿਖਿਆ ਪਗੜੀ ਇਤਨੀ ਰਗੜੀ, ਇਤਨੀ ਰਗੜੀ, ਇਤਨੀ ਰਗੜੀ, ਫਟ ਗਈ ਪਗੜੀ। ਇਹੋ ਜਿਹਾ ਮਟੀਰੀਅਲ ਤੁਹਾਡੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ, ਅਸੀਂ ਪੜ੍ਹਾ ਰਹੇ ਹਾਂ NCERT ਦੀਆਂ ਕਿਤਾਬਾਂ ਵਿੱਚ। ਬਹੁਤ ਇੰਟਲੈਕਚੁਅਲ ਟੀਮ ਜਿਹਦੇ ਵਿੱਚ PU ਦੇ ਪ੍ਰੋਫੈਸਰਸ ਵੀ ਨੇ, ਹੋਰ ਬਹੁਤ ਲੋਕ ਨੇ, ਸਾਰਿਆਂ ਨੇ ਰਲ ਕੇ ਇੱਕ 11 ਪੇਜਾਂ ਦੇ ਸੁਜੈਸ਼ਨ ਕੱਢੇ ਸੀਗੇ। ਕਿਉਂਕਿ ਆਪਾਂ ਨੂੰ ਆਪਣੇ ਹੱਕਾਂ ਦਾ ਪਤਾ, ਇਹ ਨਹੀਂ ਪਤਾ ਵੀ ਰਾਜ ਸਭਾ ਨੇ 15 ਤਰੀਕ ਪਰ ਕੱਲ੍ਹ ਲਾਸਟ ਸੀ ਪਰਸੋਂ ਸੁਝਾਅ ਮੰਗੇ ਸੀ ਵੀ NCERT ਦੇ ਸਿਲੇਬਸ ਵਿੱਚੋਂ ਜਿਹੜੀਆਂ ਗਲਤ ਚੀਜ਼ਾਂ ਨੇ ਹਟਾਉਣੀਆਂ ਨੇ ਅਤੇ ਚੰਗੀਆਂ ਚੀਜ਼ਾਂ ਪਾਉਣੀਆਂ ਨੇ। ਸਾਡੇ 'ਚੋਂ ਕਿੰਨੇ ਨੇ ਸੁਝਾਅ ਭੇਜੇ ਨੇ? ਮੈਂ ਉਹ ਸੁਝਾਅ ਤੁਹਾਨੂੰ 11 ਪੇਜਾਂ ਦੀ ਫਾਈਲ ਭੇਜੀ ਸੀ, ਕਵਰ ਲੈਟਰ ਲਾ ਕੇ ਵੀ ਭੇਜਿਆ ਸੀ ਵੀ ਇਹਨੂੰ ਆਈਂ ਧੱਕ ਦਿਓ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ, 2 ਦਿਨ ਦੀ ਦੁਹਾਈ ਪਾਉਣ ਤੋਂ ਬਾਅਦ ਪੰਜਾਬ ਦੇ ਵਿੱਚੋਂ ਸਿਰਫ 400 ਮੇਲ ਗਈਆਂ ਨੇ। 400 ਬਣਿਆ ਮਟੀਰੀਅਲ ਅਸੀਂ ਨਹੀਂ ਭੇਜਿਆ। ਸੋ ਜਿੱਥੇ ਅਸੀਂ ਐਜੂਕੇਸ਼ਨ ਦੀ ਜਾਂ ਐਜੂਕੇਸ਼ਨ ਦੇਣ ਦੇ ਦਾਨੀਆਂ ਦੀ ਗੱਲ ਕਰਦੇ ਹਾਂ, ਸਾਡੇ ਕੁਝ ਫਰਜ਼ ਨੇ। ਇੱਕ ਗੱਲ ਹੋਰ ਜਿਹੜੀ ਮੈਂ ਕੱਲ੍ਹ ਨੂੰ ਕਰਨ ਜਾ ਰਿਹਾ ਸਾਰਿਆਂ ਦੀ ਇਜਾਜ਼ਤ ਦੇ ਨਾਲ, ਤੁਸੀਂ ਲੋਕ ਕਿੰਨੇ ਬੱਚਿਆਂ ਨੂੰ ਆਪਦੇ ਸਕੂਲਾਂ 'ਚ ਫਰੀ ਐਜੂਕੇਸ਼ਨ ਦਿੰਦੇ ਹੋ? ਬਹੁਤ ਨੂੰ ਕਨਸੈਸ਼ਨ ਦਿੰਦੇ ਹੋ, ਪਤਾ ਨਹੀਂ ਕਿੰਨਿਆਂ ਨੂੰ ਫਰੀ ਪੜ੍ਹਾ ਰਹੇ ਹੋ। ਲੇਕਿਨ ਅੱਜ ਵੱਜਦੇ ਕੀ ਹੋ? ਮਾਫੀਆ, ਚੋਰ, ਲੁਟੇਰੇ। ਅਸੀਂ ਹੁਣ ਕੱਲ੍ਹ ਨੂੰ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਨਹੀਂ ਤੁਹਾਨੂੰ ਕਹਿੰਦੇ ਵੀ ਕਿਸੇ ਨੂੰ ਪੰਜੀ ਛੱਡੋ, ਅਸੀਂ ਨਹੀਂ ਕਹਿੰਦੇ ਪੰਜੀ ਛੱਡੋ ਕਿਸੇ ਨੂੰ। ਅਸੀਂ ਕਹਿੰਦੇ ਹਾਂ ਵੀ ਜੋ ਤੁਸੀਂ
ਮੈਂ 20 ਕੈਟਾਗਰੀਆਂ 12 ਕੈਟਾਗਰੀਆਂ ਬਣਾ ਕੇ ਇੱਕ ਗੂਗਲ ਪੇਜ ਬਣਾਇਆ। ਉਹਦੇ 'ਚ ਪੁੱਛਿਆ ਗਿਆ ਵੀ ਕੀ ਜਿਹੜੇ ਆਹ ਹੁਣ ਕਿਸਾਨ ਦੀ ਬਲੀ 'ਚ ਹੋਈ ਹੈ, ਕੀ ਇਹਨਾਂ ਦੇ ਬੱਚੇ ਨੂੰ ਤੁਸੀਂ ਕਨਸੈਸ਼ਨ ਦੇ ਰਹੇ ਹੋ ਕੁਛ? ਕੀ ਸਰਹੱਦ ਦੇ ਉੱਤੇ ਫੌਜੀ ਨੇ ਜਿਹੜੇ, ਉਹਨਾਂ ਨੂੰ ਕੀ ਦੇ ਰਹੇ ਹੋ? ਕਿਹੜੇ ਬੱਚਿਆਂ ਨੂੰ ਤੁਸੀਂ ਫ੍ਰੀ ਪੜ੍ਹਾ ਰਹੇ ਹੋ? ਕਿਹੜੇ ਹਾਲਾਤਾਂ ਵਾਲਿਆਂ ਨੂੰ ਕੀ ਕਰ ਰਹੇ ਹੋ? ਉਹ ਡਾਟਾ ਇਕੱਠਾ ਕਰ ਲਈਏ ਅਸੀਂ ਪੰਜਾਬ ਦਾ, ਫਿਰ ਅਸੀਂ ਪ੍ਰੈਸ ਕਾਨਫਰੰਸ ਕਰੀਏ ਸਾਰੀਆਂ ਜਥੇਬੰਦੀਆਂ, ਉੱਥੇ ਅਸੀਂ ਦੱਸੀਏ ਵੀ ਅਸੀਂ ਉਹ ਲੋਕ ਹਾਂ ਜਿਹੜੇ 500 ਬੱਚੇ ਇਹੋ ਜਿਹਿਆਂ ਨੂੰ ਫ੍ਰੀ ਪੜ੍ਹਾ ਰਹੇ ਹਾਂ, 2000 ਬੱਚਿਆਂ ਨੂੰ ਇਹੋ ਜਿਹਿਆਂ ਨੂੰ ਫ੍ਰੀ ਪੜ੍ਹਾ ਰਹੇ ਹਾਂ। ਇਹ ਸਾਡੀ ਵੈਬਸਾਈਟ 'ਤੇ ਉਪਲਬਧ ਹੈ। ਹਰੇਕ ਸਾਲ ਅਸੀਂ ਇੰਨੇ ਬੱਚਿਆਂ ਨੂੰ ਇੰਨੇ ਨੂੰ ਉਹ ਕਰਾਵਾਂਗੇ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ, ਸਾਡੇ 'ਚੋਂ ਕੋਈ ਵੀ ਜਥੇਬੰਦੀ ਆ, ਵਿੱਚ ਹੀ ਫੈਡਰੇਸ਼ਨ, ਵਿੱਚ ਹੀ ਰਾਸਾ, ਵਿੱਚ ਹੀ ਕੋਈ ਦੂਜੀ, ਸਾਡੇ ਆਪਦੀ ਲੜਾਈ ਤੋਂ ਬਿਨਾਂ ਸਮਾਜ ਦੇ ਵਿੱਚ ਸਿਰਾ ਉੱਚਾ ਚੱਕਣ ਵਾਲਾ ਕਿਹੜਾ ਕਦਮ ਹੈ? ਕੋਈ ਇੱਕ। ਮੈਂ ਪਿੱਛੇ ਵੀ ਫੈਡਰੇਸ਼ਨ 'ਚ ਵੀ ਦੁਹਾਈ ਪਾਈ ਸੀ। ਮੈਂ ਇੱਕ ਇਹ ਵੀ ਕਿਹਾ ਸੀ ਵੀ ਆਪਾਂ ਨੂੰ ਕੋਰਟ, ਆ ਬੈਠੇ ਨੇ ਗਾਂਧੀ ਸਾਹਿਬ, ਕੋਰਟ ਜੇ ਕਹਿੰਦੇ 70% ਫੀਸਾਂ ਲੈਣੀਆਂ ਨੇ ਤਾਂ ਸਾਨੂੰ ਉਹ ਵੀ ਮਨਜ਼ੂਰ ਆ। ਜੇ ਕੋਰਟ ਕਹਿੰਦੇ 50% ਲੈਣੀਆਂ ਨੇ ਤਾਂ ਉਹ ਵੀ ਮਨਜ਼ੂਰ ਆ। ਜੇ 75% ਦਾ ਆਰਡਰ ਹੋ ਗਿਆ, ਉਦੋਂ ਬਾਅਦ 100% ਦਾ ਆਰਡਰ ਹੋ ਗਿਆ, ਫਿਰ ਅਸੀਂ ਖਿੱਚਣੀਆਂ ਵੀ ਜਾਣਦੇ ਹਾਂ। ਸਾਨੂੰ ਹੁਣ ਸੁਪਰੀਮ ਕੋਰਟ ਨੇ ਕਹਿਤਾ ਵੀ ਪਿਛਲੇ ਸਾਲ ਦੇ ਵਿੱਚੋਂ 15% ਓਵਰਆਲ ਛੱਡ ਦਿਓ, ਤੇ ਇਸ ਸਾਲ ਦਾ ਕੋਈ ਆਰਡਰ ਨਹੀਂ ਹੈਗਾ। ਲੇਕਿਨ ਅਸੀਂ ਆਪਣੇ ਆਪ ਕੁਝ ਵੀ ਨਹੀਂ ਛੱਡਾਂਗੇ ਜਦ ਤੱਕ ਸਾਨੂੰ ਕੋਰਟ ਨਹੀਂ ਕਹਿੰਦੀ। ਸੋ ਇਸ ਲਈ ਸਾਡਾ ਜਿਹੜਾ ਧਿਆਨ ਹੈ, ਜਥੇਬੰਦੀਆਂ ਖਤਮ ਹੋ ਜਾਂਦੀਆਂ ਹੁੰਦੀਆਂ ਨੇ, ਕਿਉਂਕਿ ਜਥੇਬੰਦੀਆਂ ਦਾ ਕੰਮ ਹੁੰਦਾ ਜਦੋਂ ਭੀੜ ਪਈ ਇਕੱਠੀਆਂ ਹੋਈਆਂ, ਆਪਦਾ ਕੰਮ ਲੜਾਈ ਲੜੀ ਤੇ ਫਿਰ ਲੁਕ ਗਈਆਂ। ਜਿੱਦੇ ਕਰੋਨਾ ਦੇ ਖਤਮ ਹੋਣ ਤੋਂ ਬਾਅਦ ਸਕੂਲ ਲੱਗਣਗੇ, ਸਾਰੀਆਂ ਆਰਗੇਨਾਈਜੇਸ਼ਨਾਂ ਠੰਡੀਆਂ ਪੈ ਜਾਣਗੀਆਂ। ਇਹਨਾਂ ਨੂੰ ਜਿਉਂਦੇ ਰੱਖਣ ਵਾਸਤੇ ਸਾਲ ਦੇ ਵਿੱਚ 2 ਜਾਂ 3 ਪ੍ਰੋਗਰਾਮ ਹੋਣੇ ਚਾਹੀਦੇ ਨੇ ਵੱਡੇ, ਹਰ ਸਾਲ। ਐਜੂਕੇਸ਼ਨ, ਜਿਵੇਂ ਹੁਣ ਸੇਠੀ ਸਾਹਿਬ ਕਹਿੰਦੇ ਸੀ, ਇੱਕ ਟੀਮ ਹੋਵੇ ਜਿਹੜੀ ਐਜੂਕੇਸ਼ਨ 'ਤੇ ਵਿਚਾਰ ਕਰੇ, ਇੱਕ ਟੀਮ ਹੋਵੇ ਜਿਹੜੀ ਸੰਘਰਸ਼ ਲੜੇ, ਇੱਕ ਟੀਮ ਹੋਵੇ ਜਿਹੜਾ ਆਪਦਾ ਸਰਕਾਰੀ ਪੋਲੀਟੀਕਲ ਪੱਖ ਦੇਖੇ ਵੀ ਇਹਨਾਂ ਤੋਂ ਕਿਵੇਂ ਬਚਣਾ ਸਰਕਾਰਾਂ ਤੋਂ। ਅਗਰ ਅਸੀਂ ਰੈਗੂਲਰ ਇਹੋ ਜਿਹੇ ਇਵੈਂਟ ਕਰਦੇ ਰਹਾਂਗੇ, ਇੱਕ ਅਸੀਂ ਸੋਸ਼ਲ ਐਕਟੀਵਿਟੀਜ਼ ਕਰੀਏ, ਸੋਸ਼ਲ ਐਕਟੀਵਿਟੀਜ਼ ਤੁਹਾਡਾ ਜਿਹੜਾ ਕੱਦ ਹੈ ਉਹ ਬਹੁਤ ਸੋਹਣਾ ਬਣਾ ਦੇਣਗੀਆਂ। ਅੱਜ ਦੁਨੀਆ ਭਰ ਦੇ ਵਿੱਚ ਸਿੱਖਾਂ ਦਾ ਨਾਮ ਕਿਉਂ ਆ? 10-15 ਲੋਕਾਂ ਕਰਕੇ, ਰਵੀ ਸਿੰਘ ਵਰਗਿਆਂ ਕਰਕੇ, ਕੁਲਵੰਤ ਸਿੰਘ ਵਰਗਿਆਂ ਕਰਕੇ, ਹੋਰ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਵਰਲਡ ਦੇ ਵਿੱਚ ਸਿੱਖਾਂ ਦੀ ਪਹਿਚਾਣ ਬਣ ਗਏ ਲੋਕ, ਉਹ ਕਿਉਂਕਿ ਉਹ ਲੋਕ ਸੇਵਾ ਕਰਦੇ ਨੇ। ਅਸੀਂ ਇੰਨੇ ਲੋਕ ਸੇਵਾ ਕਰਦੇ ਹਾਂ, ਸਾਡੀ ਸੇਵਾ ਨਜ਼ਰ ਨਹੀਂ ਆ ਰਹੀ, ਇਸ ਲਈ ਇਹਨੂੰ ਨਜ਼ਰ ਆਉਣ ਲਾਈਏ। ਅਸੀਂ ਘੱਟੋ ਘੱਟ, ਮੈਂ ਰੌਲਾ ਪਾਇਆ ਸੀ ਵੀ ਫੈਡਰੇਸ਼ਨ ਨੇ, ਰਾਸਾ ਨੇ, ਹੋਰ ਨੇ, ਜਦੋਂ ਆਕਸੀਜਨ ਦੇ ਸਿਲੰਡਰ ਮੁੱਕ ਗਏ ਸੀ, ਆਪਾਂ ਸਾਰੇ ਜ਼ਿਲ੍ਹਿਆਂ ਵਿੱਚ ਆਪਣੀਆਂ ਆਰਗੇਨਾਈਜੇਸ਼ਨਾਂ ਵੱਲੋਂ ਕਹਿ ਦਿੰਦੇ ਵੀ ਆਪਾਂ ਭਾਈ ਸਾਡੇ ਕੋਲ 10-10 ਸਿਲੰਡਰ ਪਏ ਨੇ, ਆ ਜਾਓ। ਆ ਗਾਂਧੀ ਸਾਹਿਬ ਬੈਠੇ ਨੇ, ਇਕੱਲੀ ਵਕਾਲਤ ਨਹੀਂ ਕਰਦੇ। ਮੈਂ ਇਹਨਾਂ ਦਾ ਅਵਾਰਡ ਦੇਖਿਆ ਸੀ, ਉਹ ਅਵਾਰਡ ਇਹਨਾਂ ਨੂੰ ਪਤਾ ਕਾਹਦੇ ਲਈ ਮਿਲਿਆ? ਜਦੋਂ ਅਸੀਂ ਜਾਣਾ ਸਾਨੂੰ ਵੀ ਕੱਢ ਕੇ ਐਂ ਫੜਾਉਂਦੇ, ਆ ਲਓ ਮਾਸਕ, ਪਤਾ ਨਹੀਂ ਕਿੰਨੇ ਹਜ਼ਾਰਾਂ ਮਾਸਕ ਇੱਕ ਇੰਡੀਵਿਜੂਅਲ ਬੰਦਾ ਵੰਡ ਸਕਦਾ। ਅਸੀਂ ਕੀ ਕੀਤਾ ਇਸ ਪੀੜ ਦੇ ਦੌਰਾਨ? ਸੋ ਇਸ ਲਈ ਮੇਰੀਆਂ ਗੱਲਾਂ ਕੌੜੀਆਂ ਜ਼ਰੂਰ ਨੇ ਬਟ ਸੱਚੀਆਂ ਨੇ। ਅਸੀਂ ਇਕੱਲੀ ਆਪਦੀ ਨਿੱਜੀ ਲੜਾਈ ਦੇ ਫੋਕਸ ਨਾ ਰਹੀਏ। ਅਸੀਂ ਲੰਬਾ ਟਾਈਮ ਤਾਂ ਹੀ ਬਚਾਂਗੇ ਜੇ ਅਸੀਂ ਅਸਲ ਵਿੱਚ ਜਿੱਡਾ ਨਾਅਰਾ ਮਾਰਦੇ ਹਾਂ ਵੀ ਅਸੀਂ ਸਿੱਖਿਆ ਪ੍ਰੋਵਾਈਡਰ ਹਾਂ, ਅਸੀਂ ਪੰਜਾਬ ਦੀ ਸਿੱਖਿਆ ਬਣਾਉਣ ਵਾਲੇ ਹਾਂ, ਉਹ ਅਸਲ ਵਿੱਚ ਵੀ ਹੋਈਏ। ਢਿੱਡ 'ਚ ਇਮਾਨਦਾਰੀ ਹੋਵੇ ਤੇ ਦਿਲ ਤੇ ਦਿਮਾਗ ਦੇ ਵਿੱਚ ਸੱਚ ਹੋਵੇ ਤੇ ਲੜਾਈਆਂ ਤਾਂ ਆਪਣੇ ਆਪ ਜਿੱਤੀਆਂ ਜਾਣਗੀਆਂ। ਸੋ ਮੈਂ ਬੇਨਤੀ ਕਰਦਾ ਵੀ ਆਪਾਂ ਜਿੱਥੇ ਇੰਨੇ ਜਥੇਬੰਦਕ ਹੋਏ ਹਾਂ, ਅਸੀਂ ਕੋਈ ਨਾ ਕੋਈ ਸਾਲ 'ਚ 2 ਜਾਂ 3 ਪ੍ਰੋਗਰਾਮ ਇਹੋ ਜਿਹੇ ਕਰੀਏ ਜਿਹਦੇ 'ਚ ਦੁਨੀਆ ਸਾਨੂੰ ਯਾਦ ਰੱਖੇ ਵੀ ਹਾਂ ਇਹ ਐਜੂਕੇਸ਼ਨਿਸਟ ਲੋਕ ਇਕੱਠੇ ਹੋਏ ਨੇ। ਕੋਈ ਵੀ ਸਕੂਲ ਕਿਸੇ ਪੇਰੈਂਟਸ ਨਾਲ ਜ਼ਿਆਦਤੀ ਨਾ ਕਰੇ। ਸੇਠੀ ਸਾਹਿਬ ਵੀ ਕਹਿ ਕੇ ਗਏ ਨੇ ਵੀ ਉਹਨਾਂ ਨੂੰ ਆਉਂਦਿਆਂ ਨੂੰ ਗੱਲ ਲਾ ਲਿਓ। ਸਾਡੀ ਪੇਰੈਂਟਸ ਨਾਲ ਕੋਈ ਲੜਾਈ ਨਹੀਂ ਹੈਗੀ। ਉਹ ਵਕਤੀ ਤੌਰ 'ਤੇ ਕੋਈ ਵੀ ਲਾਲਚੀ ਹੋ ਜਾਂਦਾ। ਜੇ ਤੁਹਾਨੂੰ ਹੁਣ ਪਤਾ ਲੱਗ ਜੇ ਆਪਾਂ ਨੂੰ ਵੀ ਆਹ ਟੈਕਸ ਭਰੇ ਬਿਨਾਂ ਸਰ ਸਕਦਾ, 2-3 ਮਹੀਨੇ ਰੋਕ ਕੇ ਰੱਖ ਲਓ, ਹਜੇ ਨਾ ਭਰੋ। ਆ ਹੁਣ ਕੇਜਰੀਵਾਲ ਸਾਹਿਬ ਨੇ ਅਨਾਊਂਸ ਕਰਤਾ ਵੀ ਅਸੀਂ ਬਿਜਲੀ ਦੇ ਬਿੱਲ ਮਾਫ ਕਰ ਦਾਂਗੇ। ਆਹ ਦੇਖ ਲਓ, ਮਹੀਨੇ 2 ਮਹੀਨੇ ਬਾਅਦ ਕਿਸੇ ਨੇ ਬਿੱਲ ਨਹੀਂ ਭਰਨੇ, ਜਿਹੜੇ ਭਰ ਰਹੇ ਨੇ ਉਹ ਵੀ ਨਹੀਂ ਭਰਨੇ। ਇਸ ਲਈ ਇਹ ਵਕਤੀ ਤੌਰ 'ਤੇ ਲਾਲਚ ਪੈਦਾ ਹੋ ਗਿਆ ਕਈਆਂ ਨੂੰ, ਪੇਰੈਂਟਸ ਨੂੰ। ਇਹ ਆਪੇ ਠੀਕ ਹੋ ਜਾਊਗਾ, ਲੇਕਿਨ ਪੱਕੀ ਨਫ਼ਰਤ ਕੋਈ ਨਹੀਂ ਹੈ। ਪੇਰੈਂਟਸ ਨੂੰ ਨਾਲ ਲੈ ਕੇ ਚੱਲੀਏ, ਆਪਦੇ ਸਟਾਫ ਨੂੰ ਨਾਲ ਲੈ ਕੇ ਚੱਲੀਏ। ਦੂਜੀ ਗੱਲ ਇੱਕ ਹੋਰ ਦੱਸਣ ਲੱਗਿਆ, ਪੇ ਸਕੇਲ ਹੋਰ ਵੱਧ ਗਿਆ। ਇੱਕ ਜ਼ਿਲ੍ਹੇ 'ਚ ਮੇਰੇ ਕੋਲ ਆਇਆ, ਹੁਣ 20-22 ਹਜ਼ਾਰ ਦੇ ਪੇ ਸਕੇਲ ਨਾਲ ਨਹੀਂ ਤੁਹਾਡਾ ਕੁਛ ਬਣਨਾ। ਮੋਗੇ ਤੋਂ ਹੀ ਆਇਆ ਮੇਰੇ ਕੋਲ, ਕੱਲ੍ਹ ਸੈਣੀ ਸਾਹਿਬ ਨੇ ਦੱਸਿਆ, ਉਹਨਾਂ ਦੀ NOC ਰਿਜੈਕਟ ਕਰ ਦਿੱਤੀ। ਉਹ ਕਹਿੰਦੇ ਨਵੇਂ ਸਕੇਲ ਮੁਤਾਬਕ ਰਿਜ਼ਰਵ ਫੰਡ ਜਮ੍ਹਾਂ ਕਰਾਓ, ਨਵਾਂ ਸਕੇਲ। ਹੁਣ ਜੇਕਰ ਸਾਡੇ ਸਕੇਲ ਦਾ ਅੰਤਰ ਬਹੁਤ ਵੱਡਾ ਹੋਊਗਾ, ਕਿੱਥੋਂ ਕੱਢਾਂਗੇ? 22,000 ਤੇ 5,000 ਦਾ ਅੰਤਰ ਕਿੱਥੋਂ ਕੱਢੋਗੇ?
ਜਦੋਂ ਇਹ ਸਕੇਲ 35000 ਹੋ ਗਿਆ ਤੇ ਫਿਰ 5000 ਤੇ 35000 ਦਾ ਅੰਤਰ ਕਿੱਥੋਂ ਕੱਢੋਗੇ? ਇਸ ਲਈ ਫੀਸਾਂ ਵੱਧ ਲੈਣੀਆਂ ਕੁਆਲਿਟੀ ਐਜੂਕੇਸ਼ਨ ਨੂੰ ਦਰਸਾਉਂਦੀਆਂ ਨੇ। ਆਪਾਂ ਇੱਕ ਦੂਜੇ ਦੇ ਦੋਸ਼ ਨਾ ਮੜੀਏ ਵੀ ਵੱਧ ਫੀਸਾਂ ਵਾਲੇ ਲੁਟੇਰੇ ਨੇ, ਘੱਟ ਫੀਸਾਂ ਵਾਲੇ ਸੇਵਾਦਾਰ ਨੇ। ਘੱਟ ਫੀਸਾਂ ਵਾਲੇ ਨੂੰ ਵੱਧ ਨਹੀਂ ਮਿਲ ਰਹੀਆਂ, ਇਸ ਲਈ ਘੱਟ ਲੈ ਰਹੇ ਨੇ। ਵੱਧ ਵਾਲੇ ਨੂੰ ਮਿਲ ਰਹੀਆਂ ਨੇ, ਇਸ ਲਈ ਉਹ ਵੱਧ ਲੈ ਰਹੇ ਨੇ। ਜਿਹੜਾ ਕੋਈ ਡੋਨੇਸ਼ਨ ਲੈਂਦਾ 10-10 ਲੱਖ ਰੁਪਈਆ ਇੱਕ ਸਕੂਲ ਲੁਧਿਆਣੇ ਦਾ, ਚੰਡੀਗੜ੍ਹ ਦੇ, ਉਹ ਆਪਾਂ ਮੰਗ ਕੇ ਦੇਖ ਲਓ, ਮੈਨੂੰ ਤਾਂ ਕੋਈ ਦਿੰਦਾ ਨਹੀਂ, ਕਿਉਂਕਿ ਮੇਰੀ ਓਡੀ ਕੈਪੇਬਿਲਿਟੀ ਹੈ ਨਹੀਂ। ਉਹਨਾਂ ਲੋਕਾਂ ਦੀ ਓਡੀ ਕੈਪੇਬਿਲਿਟੀ ਆ, ਤਾਂ ਉਹ ਲੈਂਦੇ ਨੇ। ਇੱਕ ਦੂਜੇ ਦੇ ਦੋਸ਼ ਨਾ ਮੜੀਏ। ਜਦੋਂ ਆਪਾਂ ਇਹ ਗੱਲ ਕਹਾਂਗੇ ਵੀ ਮੈਂ ਵੀ ਫੀਸਾਂ ਬਹੁਤ ਘੱਟ ਨੇ, ਫਿਰ ਉਹਦੇ ਨਾਲ ਇੱਕ ਸਵਾਲ ਵੀ ਹੋਰ ਆਊਗਾ ਵੀ ਤਨਖਾਹਾਂ ਕਿੰਨੀਆਂ ਨੇ। ਉਹ ਤਨਖਾਹ ਦੀ ਉਹ ਅਮਾਊਂਟ ਹੋ ਜਿਹੜੀ ਅਸੀਂ ਬੋਲ ਵੀ ਨਹੀਂ ਸਕਣੇ ਕਿਸੇ ਅੱਗੇ। ਸੋ ਇਸ ਲਈ ਦੋਨੇ ਪੱਧਰ ਉੱਚੇ ਚੱਕੀਏ, ਕੁਆਲਿਟੀ ਐਜੂਕੇਸ਼ਨ, ਫੀਸ ਸਟਰਕਚਰ, ਪੇ ਸਕੇਲ, ਤਾਂ ਅਸੀਂ ਸਰਵਾਈਵ ਕਰਾਂਗੇ। ਅਦਰਵਾਈਜ਼ ਸਾਡੀ ਸਰਵਾਈਵਲ ਔਖੀ ਹੈ। ਸੋ ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ, ਮੈਂ ਤਾਂ ਸਗੋਂ ਦੀ ਯੂਕੇ ਸਾਹਿਬ ਨੂੰ ਕਹਿ ਰਿਹਾ ਸੀ ਵੀ ਜੇ ਅਸੀਂ ਤਾਂ ਫੈਸਲਾ ਕੀਤਾ ਵੀ ਅਸੀਂ ਪੋਲੀਟੀਕਲ ਹਿੱਸਾ ਨਹੀਂ ਲੈਣਾ, ਲੇਕਿਨ ਪੋਲੀਟੀਕਲ ਵਿੰਗ ਤਿਆਰ ਕੀਤਾ ਤਾਂ ਕਿ ਸਾਰੀ ਪਾਰਟੀਆਂ ਦੇ ਉੱਤੇ ਜਿਹੜਾ ਹੈਗਾ ਉਹ ਆਪਦਾ ਇੰਪ੍ਰੈਸ਼ਨ ਛੱਡ ਸਕੀਏ। ਨਾਲ ਅਸੀਂ ਇਹ ਵੀ ਫੈਸਲਾ ਕੀਤਾ ਵੀ ਜੇ ਕੋਈ ਤੁਹਾਡੇ ਵਿੱਚੋਂ ਕੋਈ ਨਿੱਜੀ ਬੰਦਾ ਕਿਸੇ ਵੀ ਪਾਰਟੀ ਵੱਲੋਂ ਖੜਾ ਹੋਊਗਾ, ਕੋਈ ਐਜੂਕੇਸ਼ਨਿਸਟ ਵਾਲਾ, ਤਾਂ ਸਾਰੀ ਫੈਡਰੇਸ਼ਨ, ਸਾਰੀ ਰਾਸਾ, ਸਾਰਿਆਂ ਬੰਦਾ ਉਹਦੀ ਸਪੋਰਟ 'ਤੇ ਪਹੁੰਚਾਂਗੇ। ਪਰ ਅਸੀਂ ਆਪ ਨਹੀਂ ਹਿੱਸਾ ਲੈਂਦੇ, ਕਿਉਂਕਿ ਹੁਣ ਸ਼ਰਮਾ ਜੀ ਬੈਠੇ ਤੇ ਉਹ ਕਹਿੰਦੇ ਜੀ ਇਹੋ ਜਿਹੇ ਇੱਕ ਦੋ ਬੰਦੇ ਭੇਜੋ ਜਿਨ੍ਹਾਂ ਨੂੰ ਸੰਸਦ 'ਚ ਚੱਕ ਕੇ ਬਾਹਰ ਸੁੱਟਿਆ ਕਰਨ, ਇਹ ਅੰਦਰ ਵੜਿਆ ਕਰਨ, ਫੇਰ ਬਾਹਰ ਸੁੱਟਿਆ ਕਰਨ, ਕਹਿੰਦੇ ਤੁਹਾਡਾ ਮਸਲਾ ਉਦੋਂ ਤੱਕ ਨਹੀਂ ਹੱਲ ਹੁੰਦਾ। ਸੋ ਅਸੀਂ ਉਹਦੇ ਲਈ ਵੀ ਤੁਹਾਨੂੰ ਕਹਿੰਦੇ ਤੁਹਾਡੇ ਵਿੱਚੋਂ ਕਿਸੇ ਦਾ ਮਨ ਹੈਗਾ ਉਹਦੀ ਅਸੀਂ ਸਪੋਰਟ ਕਰਾਂਗੇ, ਪਰ ਅਸੀਂ ਆਪ ਡਾਇਰੈਕਟ ਹਿੱਸਾ ਨਹੀਂ ਲਵਾਂਗੇ। ਲੇਕਿਨ ਅਸੀਂ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਆਪਦਾ ਜਿਹੜਾ ਹੈਗਾ, ਤਾਂ ਮੈਂ ਇਸ ਉਮੀਦ ਦੇ ਨਾਲ ਵੀ ਜਦੋਂ ਅਸੀਂ ਸਾਰੀਆਂ ਆਰਗੇਨਾਈਜੇਸ਼ਨਾਂ ਪੰਜਾਬ ਬਚਾਓ, ਸਿੱਖਿਆ ਬਚਾਓ ਤੇ ਰੁਜ਼ਗਾਰ ਬਚਾਓ ਦੀ ਰੈਲੀ ਜਿਹੜੇ ਹੈਗੇ ਨੇ ਉਹ ਡੇਟ ਅਨਾਉਂਸ ਕਰਾਂਗੇ, ਤਾਂ ਮੈਂ ਚਾਹੁੰਦਾ ਵੀ ਹੱਥ ਖੜੇ ਕਰਕੇ ਦੱਸ ਦਿਓ ਵੀ ਕਿਹੜੇ ਕਿਹੜੇ ਭਾਗ ਲੈਣਗੇ ਉਹ 'ਚ। ਧੰਨਵਾਦ ਜੀ। ਮੈਨੂੰ ਲੱਗਦਾ ਵੀ ਆਪਾਂ ਕੋਈ ਇੰਚ ਜਗ੍ਹਾ ਨਾ ਛੱਡੀਏ ਪੰਜਾਬ ਦੀ ਜਿੱਥੇ ਇਹ ਆਪਣੀ ਆਵਾਜ਼ ਨਾ ਪਹੁੰਚੇ। ਇਹਨਾਂ ਗੱਲਾਂ ਦੇ ਨਾਲ ਹੀ ਮੈਂ ਮੁੜ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਔਰ ਯਕੀਨ ਦਿਵਾਉਣਾ ਇਸ ਦਾ ਵੀ ਲੜਾਈ ਜੋਸ਼ ਨਾਲ ਵੀ ਲੜਾਂਗੇ ਤੇ ਹੋਸ਼ ਨਾਲ ਵੀ ਲੜਾਂਗੇ। ਹੁਣ ਤੱਕ ਜੋਸ਼ ਨਾਲ ਲੜੀ ਹੈ ਤੇ ਹੋਸ਼ ਨਾਲ ਲੜੀ ਹੈ। ਜੋਸ਼ ਦੇ ਨਾਲੋਂ ਹੋਸ਼ ਵੱਧ ਬਹੁਤ ਜ਼ਰੂਰੀ ਹੁੰਦੀ ਹੈ। ਬਹੁਤ ਸਾਰੇ ਕੋਰਟ ਇਹੋ ਜਿਹੇ ਨੇ, ਤੁਹਾਨੂੰ ਲੋੜ ਹੈ ਕੋਈ ਨਹੀਂ, ਜਿਹੜੇ ਆਪਾਂ ਗਿਣਿਆ ਰਹੇ ਹਾਂ ਕੋਈ ਲੋੜ ਨਹੀਂ। ਤੁਹਾਡੇ ਵਿੱਚੋਂ ਹੱਥ ਖੜਾ ਕਰ ਸਕਦਾ ਜਿਹਨੇ ਆਪਦੀਆਂ ਇੰਸ਼ੋਰੈਂਸ ਐਕਸਟੈਂਸ਼ਨ ਕਰਾ ਲਈ, 1 2 ਮੈਂ ਕਰਾ ਲਈ, ਸੇਠੀ ਸਾਹਿਬ ਨੇ ਕਰਾ ਲਈ, ਗੁਪਤਾ ਜੀ ਨੇ ਕਰਵਾ ਲਈ। ਤੁਹਾਨੂੰ ਚਿੱਠੀਆਂ ਲਿਖ ਦੇਤੀਆਂ ਮੈਂ ਵੀ ਆਹ ਚਿੱਠੀ ਜਾ ਕੇ DTO ਦਫ਼ਤਰ 'ਚ, RT ਦਫ਼ਤਰ 'ਚ ਦੇ ਦਿਓ, ਉੱਥੋਂ ਮੋਹਰ ਲਵਾ ਲਿਆਓ, ਇੰਸ਼ੋਰੈਂਸ ਕੰਪਨੀ ਨੂੰ ਦੇ ਦਿਓ, ਤੁਹਾਡੇ ਸਾਰੇ ਪੈਸੇ ਬਚ ਗਏ। ਸਾਡੇ ਤਾਂ ਬਚ ਗਏ, ਤੁਸੀਂ ਕਿਉਂ ਨਾ ਬਚਾਏ? ਸਾਰੀਆਂ ਬੱਸਾਂ ਦਾ ਇੰਸ਼ੋਰੈਂਸ ਸਾਡਾ 3-3 4-4 ਮਹੀਨੇ ਦਾ ਐਕਸਟੈਂਡ ਹੋ ਗਿਆ, 1000 ਰੁਪਈਆ ਲੱਗਿਆ ਸਾਡਾ। ਤੁਹਾਨੂੰ ਚਿੱਠੀਆਂ ਵੀ ਲਿਖ ਕੇ ਦੇਤੀਆਂ, ਗਰੁੱਪ 'ਚ ਵੀ ਪਾਤੀਆਂ, ਤੁਹਾਨੂੰ 3 ਲੈਟਰ ਲਿਖ ਕੇ ਦੇਤੇ। ਮੇਰੇ ਸਾਰੇ ਬੱਚਿਆਂ ਦੀ ਫੀਸ ਉਹ ਲੈਟਰ ਨਾਲ ਆ ਗਈ। ਮੈਂ DTO ਨੂੰ ਖਿੱਚਿਆ ਵਿੱਚ, ਆਪਣੇ DO ਨੂੰ, ਮੈਂ ਪ੍ਰਿੰਸੀਪਲ ਨੂੰ, ਮੈਂ ਸੰਬੰਧਿਤ ਮਾਪਿਆਂ ਨੂੰ SLC ਸਰਟੀਫਿਕੇਟ ਤੁਹਾਨੂੰ ਲੈ ਕੇ ਦੇਤਾ। ਇਹ ਵੀ ਦੱਸ ਦਿੰਨਾ ਵੀ ਇਹ ਕੇਸ ਆਪਾਂ ਹੋ ਸਕਦਾ ਗਾਂਧੀ ਸਾਹਿਬ ਵੱਧ ਦੱਸ ਸਕਦੇ ਨੇ, ਇਹ ਬਾਹਲਾ ਟਾਈਮ ਟਿਕਣ ਵਾਲਾ ਕੇਸ ਨਹੀਂ, ਇਹਦਾ ਲਾਹਾ ਲੈ ਲਓ, ਫੀਸਾਂ ਕਢਾ ਲਓ ਆਪਦੀਆਂ। ਕਾਰਨ ਕੀ ਹੈ? RTE 'ਚ ਕਲੀਅਰ ਲਿਖਿਆ ਹੋਇਆ 8ਵੀਂ ਕਲਾਸ ਤੱਕ ਤੁਸੀਂ ਮੰਗ ਹੀ ਨਹੀਂ ਸਕਦੇ। ਇਹ ਠੀਕ ਆ, ਅਸੀਂ ਆਪਦੀ ਤਾਕਤ ਨਾਲ ਜਿੱਤ ਗਏ, ਜੋਸ਼ ਨਾਲ ਜਿੱਤ ਗਏ, ਲੇਕਿਨ ਹੋਸ਼ ਵਾਲਾ ਕੰਮ ਹੈ ਨਹੀਂ ਗਾ ਇਹ। ਸੋ ਇਸ ਲਈ ਸਪੋਰਟਸ ਫੰਡ ਤੁਹਾਨੂੰ ਪਤਾ, ਇੱਕ ਹਫ਼ਤੇ ਬਾਅਦ ਤੁਹਾਨੂੰ 26,000 23,610 ਰੁਪਏ ਇੱਕ ਸਕੂਲ ਹਰੇਕ ਸਾਲ ਭਰਦਾ, ਹਰੇਕ ਸਾਲ ਭਰਦਾ। ਕੋਈ 5,000, ਕੋਈ 80,000। 2 ਸਾਲ ਦਾ ਤਾਂ ਕਹੀ ਦਿੱਤਾ ਜੱਜ ਸਾਹਿਬਾਨ ਨੇ ਲਗਭਗ ਵੀ ਤੁਹਾਡਾ ਛੱਡੇ ਦਿਆਂਗੇ। ਅਸੀਂ ਲੜ ਰਹੇ ਹਾਂ ਵੀ ਤੁਹਾਨੂੰ ਭਰਨਾ ਹੀ ਨਾ ਪਵੇ, ਤੁਸੀਂ ਸਿਰਫ ਉਹ ਬੱਚੇ ਦਾ ਭਰੋ ਜਿਹੜਾ ਸਪੋਰਟਸ ਫੰਡ, ਸਪੋਰਟਸ ਖੇਡਣ ਲਈ ਜਾਂਦਾ। ਬੱਸਾਂ ਦੀਆਂ ਤੁਹਾਡੀਆਂ 2 ਸਾਲ ਦੀ ਤਾਂ ਮੈਂ ਗਰੰਟੀ ਦਿੰਦਾ, 15 ਸਾਲ ਆ, 2 ਸਾਲ ਤਾਂ ਆਪਣੇ ਖੜੀਆਂ ਦੀ ਲੰਘ ਗਈ, ਉਹ ਤਾਂ ਐਕਸਟੈਂਡ ਹੋ ਰਹੀ ਆ ਉਹ, ਉਹਦੇ ਕੋਲ ਲੈਟਰ ਆਉਣ ਵਾਲਾ ਹੋਇਆ ਪਿਆ। ਤੇ ਇੱਕ ਇੱਥੇ ਭੱਟ ਸਾਹਿਬ ਕਹਿ ਕੇ ਗਏ ਸੀਗੇ, ਭੱਟ ਸਾਹਿਬ ਮੈਂ ਅਪਡੇਟ ਕਰ ਦਿਆਂ, CLU ਦਾ ਜਿਹੜਾ ਮਸਲਾ ਹੋਇਆ ਉਹ ਐਂ ਨਹੀਂ ਹੋਇਆ ਹੈਗਾ। ਉਹ ਕੀ ਹੋਇਆ ਮੈਂ ਦੱਸ ਦਿੰਦਾ। CLU 2005 ਤੋਂ ਪਹਿਲਾਂ ਵਾਲੇ ਸਕੂਲ ਨੂੰ ਕਿਸੇ ਨੂੰ ਜ਼ਰੂਰਤ ਨਹੀਂ ਹੈਗੀ, ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ।
20/1/2005 ਤੋਂ ਬਾਅਦ ਜਿਹਨੇ ਸਕੂਲ ਬਣਾਇਆ ਹੋਇਆ ਉਹ ਕਾਨੂੰਨਨ ਅਨਆਥੋਰਾਈਜ਼ਡ ਆ, ਉਹਨਾਂ ਦਾ ਰੇਟ ਸੀਗਾ 40 ਰੁਪਏ ਪਲੱਸ 9 ਰੁਪਏ 49 ਰੁਪਏ। ਤੇ ਇਹ ਅਸੀਂ ਜ਼ੋਰ ਪਾ ਕੇ ਅਸੀਂ 10 ਰੁਪਏ ਮੰਗਿਆ ਸੀਗਾ, ਲੇਕਿਨ ਉਹਨਾਂ ਨੇ 10 ਰੁਪਏ ਨਹੀਂ ਕੀਤਾ, ਉਹਨਾਂ ਨੇ ਕਰਤਾ 20 ਰੁਪਏ ਪਲੱਸ ਚਾਰਜ 24 ਰੁਪਏ ਬਣਦਾ। ਅਸੀਂ ਮੰਗਿਆ ਸੀ ਜਿੱਥੇ ਹੈ ਜਿਵੇਂ ਹੈ ਜਿਹੋ ਜਿਹਾ ਹੈ ਉਹਦੇ ਆਧਾਰ ਤੇ, ਲੇਕਿਨ ਉਹ ਵੀ ਉਹਨਾਂ ਨੇ ਪੂਰਾ ਨਹੀਂ ਕੀਤਾ। ਹੁਣ ਅਸੀਂ ਦੁਬਾਰਾ ਸੀਐਮ ਨਾਲ ਮੀਟਿੰਗ ਲੈ ਰਹੇ ਹਾਂ, ਜੈਕ ਜਿਹੜੀ ਹੈਗੀ ਹੈ ਮੈਂ ਉਹਦੀ ਨੁਮਾਇੰਦਗੀ ਵੀ ਕਰਦਾ। ਅਸੀਂ ਦੁਬਾਰਾ ਮੰਗ ਰਹੇ ਹਾਂ ਵੀ 10 ਰੁਪਏ ਤੇ ਨਾਲ ਕੁਛ ਨਹੀਂ ਦੇਖਣਾ, ਦੋ ਚੀਜ਼ਾਂ ਦੇਖਣੀਆਂ ਨੇ, ਫਾਇਰ ਸਰਟੀਫਿਕੇਟ ਹੈਗਾ, ਬਿਲਡਿੰਗ ਸਰਟੀਫਿਕੇਟ ਹੈਗਾ, ਇੰਨੇ ਪੈਸੇ ਬਣਨਗੇ ਭਰੋ, ਆ ਚੱਕੋ ਸੀਐਲ ਜੋ। ਸੋ ਇਹ ਚੀਜ਼ ਹੈ ਉਹਨਾਂ ਲਈ ਹੈ ਇਹ ਜਿਹੜੇ 20/1/2005 ਤੋਂ ਬਾਅਦ ਦੇ ਨੇ। ਪਹਿਲਿਆਂ ਨੂੰ ਤੁਹਾਨੂੰ ਕੋਈ ਨਹੀਂ ਪੁੱਛ ਸਕਦਾ, ਨਾ ਕੋਈ ਤੁਹਾਨੂੰ ਜ਼ਰੂਰਤ ਆ। ਜੇ ਤੁਸੀਂ ਸਕੂਲ ਬੰਦ ਕਰਕੇ ਕੋਈ ਹੋਰ ਕੋਈ ਸੰਸਥਾ ਚਲਾਉਣੀ ਆ ਫੇਰ ਲੋੜ ਪਊਗੀ, ਸਕੂਲ ਚਲਾਉਂਦੇ ਤੁਹਾਨੂੰ ਕੋਈ ਨਹੀਂ ਪੁੱਛ ਸਕਦਾ। ਸੋ ਇਸ ਲਈ ਆਪਾਂ ਸਾਰੇ ਰਲ ਕੇ ਲੜਾਂਗੇ। ਸੋ ਮੈਂ ਯੂਕੇ ਸਾਹਿਬ ਦਾ ਬਹੁਤ ਧੰਨਵਾਦ ਆ, ਗੁਰਮੁਖ ਸਿੰਘ ਜੀ ਦਾ, ਇਹਨਾਂ ਦੀ ਸਾਰੀ ਟੀਮ ਦਾ, ਸਾਰੇ ਮੈਂਬਰਸ ਦਾ। ਹਾਂ, ਉਹਦੇ ਲਈ ਆ ਜਿਹੜਾ ਪਾਰਟ ਐਕਸਟੈਂਡ ਕਰ ਲਿਆ ਉਹਦੀ ਉਹ ਓਕੇ, ਇਹ ਵੀ ਗੱਲ ਵਿੱਚ ਰੱਖ ਲਾਂਗੇ ਆਪਾਂ, ਠੀਕ ਹੈ ਜੀ। ਸੋ ਜਿਹੜਿਆਂ ਨੇ ਉਸ ਤੋਂ ਬਾਅਦ ਕੁਝ ਪਾਰਟ 'ਚ ਐਕਸਟੈਂਸ਼ਨ ਕੀਤੀ ਆ ਉਹਨਾਂ ਨੂੰ ਪ੍ਰੋਬਲਮ ਆਊਗੀ। ਇਹ ਗੱਲ ਜਿੱਦੇ ਹੁਣ ਅਸੀਂ ਮੀਟਿੰਗ ਰੱਖਾਂਗੇ ਤੇ ਉਹਦੇ ਯੂਕੇ ਸਾਹਿਬ ਨੂੰ ਬੁਲਾ ਲਾਂਗੇ, ਹੋਰ ਨੁਮਾਇੰਦੇ ਵੀ ਬੁਲਾ ਲਾਂਗੇ, ਕਿਉਂਕਿ ਇਹ ਸੀਐਮ ਤੋਂ ਹੀ ਹੋਣੀ ਹੈ। ਇਹ ਉਹਨਾਂ ਨੂੰ ਸਹੀ ਗੱਲ ਆ, ਇਸ ਟਾਈਮ ਫਾਈਨਾਂਸ ਦਾ ਲਾਲਚ ਹੈ, ਉਹ ਲਾਲਚ ਪੂਰਾ ਕਰਨ ਦੇ ਵਾਸਤੇ ਉਹ ਇਹ ਸ਼ਰਤ ਮੰਨ ਸਕਦੇ ਨੇ। ਸੋ ਧੰਨਵਾਦ ਜੀ, ਬਹੁਤ ਜ਼ਿਆਦਾ ਸਮਾਂ ਲੈ ਲਿਆ ਤੇ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਟੱਚ ਹੋਣੋਂ ਰਹਿ ਗਈਆਂ ਸੀਗੀਆਂ ਉਹ ਮੈਂ ਗੱਲ ਕੀਤੀਆਂ ਨੇ। ਤੇ ਮੇਰੀ ਗੱਲ ਦਾ ਮਾਈਂਡ ਨਾ ਕਰਿਓ, ਇਹਨੂੰ ਡੂੰਘਾਈ 'ਚ ਨਾਪਿਓ। ਆਪਾਂ ਸਾਰੇ ਰਲ ਮਿਲ ਕੇ ਆਪਦਾ ਐਜੂਕੇਸ਼ਨ ਸਟੈਂਡਰਡ ਉੱਚਾ ਚੱਕੀਏ ਤੇ ਲੋਕ ਮੁਫਤ 'ਚ ਪੜ੍ਹਨਾ ਹੀ ਨਾ ਚਾਹਣ, ਸਾਡੇ ਕੋਲ ਆ ਕੇ ਪੜ੍ਹਨ ਵੀ ਅਸੀਂ ਤਾਂ ਸਾਨੂੰ ਨਾਲ ਵੀ ਕੁਝ ਹੋਰ ਦੇ ਦਿਆ ਕਰੋ, ਹਜ਼ਾਰ ਅਸੀਂ ਤਾਂ ਵੀ ਨਹੀਂ ਤੁਹਾਡੇ ਕੋਲ ਪੜ੍ਹਨਾ। ਸੋ ਆਪਾਂ ਐਡਾ ਉੱਚਾ ਚੱਕ ਲਿਆ ਆਪਦੇ ਆਪ ਨੂੰ। ਧੰਨਵਾਦ ਜੀ।